ਸ੍ਰੀ ਵਾਹਿਗੁਰੂ। ਗੁਰੂ ਨਾਨਕ ਪਾਦ ਪੰਕਜ ਬੰਦਨ ਪਾਦ ਪੰਕਜ ਬੰਦਨ ਸਿਮਰੋ ਅੰਗਦ ਦੁਖ ਗੁਰ ਅਮਰਦਾਸ ਹਿਰਦੈ ਨਿਤ ਹਿਰਦੈ ਨਿਤ ਸ਼੍ਰੀ ਗੁਰੂ ਰਾਮਦਾਸ ਗੁਣ ਗੁਰੂ ਅਰਜਨ ਬਿਘਨਨ ਕੇ ਬਿਘਨਨ ਕੇ ਹਰ ਗੋਬਿੰਦ ਸ਼ੁਭ ਮਤ ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਸ੍ਰੀ ਹਰਿ ਕ੍ਰਿਸ਼ਨ ਮਨਾਉ ਤੇਗ ਬਹਾਦਰ ਪਰਮ ਵਾਹਿਗੁਰੂ ਪਰਮ ਸ਼੍ਰੀ ਗੁਰੂ ਗੋਬਿੰਦ ਸਿੰਘ ਤਰੋ ਤਰਾ ਪਰ ਪੁਨ 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 ਬੰਦੋ ਬਾਰ ਬਾਰ ਜਗਦੀਸਾ ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਵਈਆ ਕਰੁਣਾ ਗੁਰ ਜਾਚ ਸਦਾ ਸੁਖ ਦਾ ਮਨ ਕੀਰ ਵਿਕਾਰ ਕਰੋ ਹਰਨਾ ਹਰਨਾ ਪੰਜ ਨੋ ਪਾਵ ਕੋ ਕਰਤਾ ਮਹਿਮਾ ਗੁਣ ਕੈ ਪਾਰ ਹੋ ਸ਼ਰਨਾ ਸ਼ਰਨਾ ਮਨ ਆਨ ਹੰਕਾਰ ਤਜੋ ਥਿਰ ਹੋਤ ਨਹੀਂ ਤਨ ਮੈਂ ਤਰੁਨਾ ਤਰਨਾ ਜਗ ਸਿੰਧ ਸੁਖੈਨ ਚਾਹੋ ਕਹਿਣਾ ਲੱਖ ਬਾਦ ਗਹੋ ਕਰਨਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਗੁਰਦੇਵ ਜਿਸ ਸੰਗ ਹਰਿ ਜਪੇ ਗੁਰ ਕਿਰਪਾਲ ਜਪੈ ਤਾਂ ਅਵਗੁਣ ਸਭ ਛਪੇ। ਐਸੇ ਕਰੁਣ ਕਾਰਣ ਦੀਨ ਦਿਆਲ ਭਗਤ ਵਛਲ ਅਨਾਥ ਨਾਥ ਜਗਤ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਕ ਪਵਿੱਤਰ ਪਾਵਨ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਕੀ ਸਾਜੀ ਔਰ ਨਵਾਜੀ ਹੋਈ ਗੁਰੂ का ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਧੰਤਾ ਦੇ ਪਾਤਰ ਹੋ। ਗਰੀਬ ਨਵਾਜ ਪਾਤਸ਼ਾਹ ਦੇ ਚਰਨਾਂ 'ਚ ਜੁੜ ਕੇ ਆਪਣੇ ਜੀਵਨ ਨੂੰ ਸਫਲਾ ਬਣਾ ਰਹੇ ਹੋ। ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਜਨਮ ਸਾਖੀ ਦੀ ਚੱਲ ਰਹੀ ਲੜੀਵਾਰ ਕਥਾ
ਬਹੁਤ ਹੀ ਅਦਬ ਸਤਕਾਰ ਸ਼ਰਧਾ ਭਾਵਨਾ ਸਹਿਤ ਸਰਵਣ ਕਰ ਰਹੇ ਗੁਰੂ ਘਰ ਦੇ ਮਹਾਨ ਸੇਵਕ ਭਗਤ ਪੂਰਨ ਸਿੰਘ ਜੀ, ਜਿਨ੍ਹਾਂ ਨੇ ਆਪਣਾ ਸਾਰਾ ਜੀਵਨ ਸਾਰੀ ਜ਼ਿੰਦਗੀ ਮਨੁੱਖਤਾ ਦੀ ਸੇਵਾ ਵਿੱਚ ਬਤੀਤ ਕੀਤਾ। ਮਨ ਵਿੱਚ ਕਿਸੇ ਪ੍ਰਕਾਰ ਦੀ ਗਿਲਾਨੀ ਭਾਵ ਨਹੀਂ ਰੱਖਿਆ। ਐਸੇ ਮਹਾਂਪੁਰਸ਼ਾਂ ਦਾ ਅੱਜ ਸੱਚਖੰਡ ਜਾਣ ਦਾ ਦਿਨ ਹੈ। ਅੱਜ ਦੇ ਦਿਨ ਭਗਤ ਪੂਰਨ ਸਿੰਘ ਜੀ ਬ੍ਰਹਮਲੀਨ ਹੋਏ। ਐਸੇ ਮਹਾਂਪੁਰਸ਼ਾਂ, ਤਤਵੇਤਾ ਮਹਾਂਪੁਰਸ਼ਾਂ ਦੇ ਚਰਨਾਂ ਤੇ ਪ੍ਰਣਾਮ ਹੈ। ਉੱਥੇ ਅੱਜ ਸੰਤ ਨਿਧਾਨ ਸਿੰਘ ਜੀ ਲੰਗਰ ਸਾਹਿਬ ਵਾਲੇ, ਉਹਨਾਂ ਦੀ ਬਰਸੀ ਵੀ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਮਨਾਈ ਜਾ ਰਹੀ। ਉਹਨਾਂ ਮਹਾਂਪੁਰਸ਼ਾਂ ਨੂੰ ਵੀ ਪ੍ਰਣਾਮ। ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ ਮਹਾਂਪੁਰਸ਼ ਅੱਜ ਉਹਨਾਂ ਦਾ ਜਨਮ ਦਿਹਾੜਾ ਹੈ। ਉਹਨਾਂ ਮਹਾਂਪੁਰਸ਼ਾਂ ਨੂੰ ਵੀ ਪ੍ਰਣਾਮ ਹੈ, ਨਮਸਕਾਰ ਹੈ। ਬੰਦਗੀ ਵਾਲੀਆਂ ਰੂਹਾਂ ਨੂੰ ਨਮਾਮ ਹੈ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਸੱਚਖੰਡ ਜਾਣ ਦੀ ਤਿਆਰੀ ਕਰ ਰਹੇ ਨੇ। ਜਿਨ੍ਹਾਂ ਜਿਨ੍ਹਾਂ ਸੰਗਤਾਂ ਨੂੰ ਪਤਾ ਲੱਗਾ ਦੂਰੋਂ ਦਰੇਡਿਓਂ ਚੱਲ ਕੇ ਕਰਤਾਰਪੁਰ ਸਾਹਿਬ ਆਈਆਂ ਹਨ। ਗੁਪਤ ਮੰਡਲ ਦੀਆਂ ਸ਼ਕਤੀਆਂ 33 ਕਰੋੜ ਦੇਵਤੇ ਵੀ ਮਾਨਵੀ ਸਰੀਰ ਧਾਰਨ ਕਰਕੇ ਵਿਚਰ ਰਹੇ ਨੇ। ਮੁਸਲਮਾਨਾਂ ਵਿੱਚ ਕਿਤਨੇ ਪੈਗੰਬਰ ਵਲੀ ਔਲੀਏ ਨੇ, ਉਹ ਵੀ ਆਏ ਹਨ। ਗੋਰਖਨਾਥ ਦੇ ਸਮੇਤ 84 ਸਿੱਧ ਆਏ ਨੇ, 9 ਨਾਥ ਆਏ ਨੇ, ਜਤੀ ਆਏ ਨੇ। ਆ ਕੇ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਕੇ ਆਪਣਾ ਭਲਾ ਕਰ ਰਹੇ ਨੇ, ਆਪਣਾ ਜੀਵਨ ਕਰਤਾਰਥ ਕਰ ਰਹੇ ਨੇ। ਦੂਰ ਦੂਰ ਤੱਕ ਕਰਤਾਰਪੁਰ ਸਾਹਿਬ ਸੰਗਤਾਂ ਦਾ ਇਕੱਠ ਹੈ। ਰੱਬੀ ਬਾਣੀ ਦੇ ਕੀਰਤਨ ਹੋ ਰਹੇ ਨੇ, ਸਤਿਗੁਰਾਂ ਦੇ ਦਰਸ਼ਨ ਦਿਦਾਰੇ ਹੋ ਰਹੇ ਨੇ, ਗੁਰੂ ਕੇ ਅਤੁੱਟ ਲੰਗਰ ਵਰਤ ਰਹੇ ਨੇ। ਔਰ ਗੁਰੂ ਕੇ ਲੰਗਰਾਂ ਵਿੱਚ ਕਿਤੇ ਵੀ ਕੋਈ ਕਮੀ ਨਹੀਂ ਹੈ। ਇਹ ਕਥਾ ਆਪ ਜੀ ਨੇ ਕੱਲ ਦੇ ਪ੍ਰਸੰਗ ਵਿੱਚ ਸਰਵਣ ਕੀਤੀ ਹੈ। ਅਗਲੇਰਾ ਪ੍ਰਸੰਗ ਪ੍ਰਾਰੰਭ ਹੋ ਰਿਹਾ ਹੈ। ਮਨ ਬਿਰਤੀਆਂ ਇਕਾਗਰ ਕਰੀਏ। ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਪਵਿੱਤਰ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਉਂਦਿਆਂ, ਆਪਣੀ ਰਸਨਾ ਨੂੰ ਪਵਿੱਤਰ ਕਰਦਿਆਂ ਸਮੂਹ ਮਾਈ ਭਾਈ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਵਈਆ ਕਰੁਣਾ ਗੁਰ ਜਾਚ ਸਦਾ ਸੁਖ ਦਾ, ਮਨ ਕੀਰ ਵਿਕਾਰ ਕਰੋ ਹਰ ਨਾਮ। ਗੁਰੂ ਸਾਹਿਬ ਜੀ ਦੀ ਮਿਹਰ ਯਾਚਨਾ ਕਰ ਰਹੇ ਨੇ ਕਿ ਮਹਾਰਾਜ ਜੀ ਦੀ ਮਿਹਰ ਮੰਗਣੀ ਹੈ, ਕਿਰਪਾ ਮੰਗਣੀ। ਕਹਿੰਦੇ ਹੈ ਭਾਈ ਸਤਿਗੁਰਾਂ ਦੇ ਚਰਨਾਂ 'ਚੋਂ ਹਮੇਸ਼ਾ ਕਰੁਣਾ ਮੰਗਣੀ। ਮਹਾਰਾਜ ਗੁਰੂ ਨਾਨਕ ਸਾਹਿਬ ਜੀ ਸਾਡੇ ਤੇ ਆਪਣੀ ਸੁਖ ਦੇਣ ਵਾਲੀ ਕਰੁਣਾ ਵਰਤਾਓ ਕਿ ਸਾਡੇ ਮਨ ਦੇ ਜਿੰਨੇ ਵਿਕਾਰ ਨੇ ਉਹ ਨਸ ਜਾਣ, ਦੂਰ ਹੋ ਜਾਣ। ਸਾਡੇ ਮਨਾਂ ਦੇ ਵਿਕਾਰਾਂ ਦਾ ਨਾਸ਼ ਹੋ ਜਾਵੇ। ਹਰ ਨਾ ਭਜਨੋ ਪਾਵ ਕੋ ਕਰਤਾ, ਮਹਿਮਾ ਗੁਣ ਕੈ ਪਰ ਹੋ ਸ਼ਰਨਾ। ਇਹ ਭਾਈ ਉਸ ਹਰੀ ਦਾ ਨਾਮ ਭਜੋ ਕਿਸ ਹਰੀ ਦਾ ਜਿਹੜਾ ਇਹ ਸਾਰੇ ਸੰਸਾਰ ਦਾ ਕਰਤਾ ਹੈ। ਉਹਦੀ ਮਹਿਮਾ ਗੁਣ ਕੇ, ਉਹਦੀ ਮਹਿਮਾ ਜਾਣ ਕੇ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਸ਼ਰਨ ਵਿੱਚ ਪੈਣਾ ਕਰੋ। ਸ਼ਰਨਾ ਮਾਨੇ ਆਨ ਹੰਕਾਰ ਤਜੋ, ਤਿਰ ਹੋਤ ਨਹੀਂ ਤਨ ਮੈਂ ਤਰੁਨਾ। ਇਹ ਭਾਈ ਆਪਣੇ ਮਨ ਦਾ ਹੰਕਾਰ ਛੱਡ ਕੇ ਸਤਿਗੁਰਾਂ ਦੀ ਸ਼ਰਨ ਪਵੋ। ਆਪਣੀ ਇਸ ਤਰਨਾ ਕਹਿੰਦੇ ਨੇ ਜਵਾਨੀ ਦੀ ਅਵਸਥਾ ਨੂੰ, ਇਹਨੂੰ ਥਿਰ ਨਾ ਜਾਣਿਓ ਕਿ ਸਦਾ ਰਹਿਣੀ ਹੈ। ਇਹ ਅਵਸਥਾ ਥਿਰ ਨਹੀਂ ਰਹਿਣ ਵਾਲੀ। ਇਹਦਾ ਹੰਕਾਰ ਛੱਡ ਕੇ ਮਾਲਕ ਦੇ ਚਰਨਾਂ ਦੀ ਸ਼ਰਨ ਵਿੱਚ ਪਵੋ। ਤਰਨਾ ਜਗ ਸਿੰਧ ਸੁਖੈਨ ਚਾਹੋ। ਇਹ ਭਾਈ ਜੇ ਤੁਸੀਂ ਚਾਹੁੰਦੇ ਹੋ
ਕਿ ਸੁਖੈਨ ਤਰੀਕੇ ਨਾਲ ਇਸ ਭਵ ਸਾਗਰ ਤੋਂ ਸੰਸਾਰ ਸਮੁੰਦਰ ਤੋਂ ਪਾਰ ਉਤਰ ਜਾਈਏ। ਕਹਿਣਾ ਲੱਖ ਬਾਦ ਗਹੋ ਕਰਨਾ। ਤੇ ਕਹਿੰਦੇ ਕਥਨੀ ਤੇ ਯਕੀਨ ਨਾ ਰੱਖੋ ਵੀ ਕੇਵਲ ਕਹਿਣ ਨਾਲ ਵੀ ਅਸੀਂ ਤਰਨਾ। ਕਹਿੰਦੇ ਉਹਦੇ ਲਈ ਕਰਨੀ ਬਣਾਓ, ਕਿਉਂਕਿ ਗੁਰੂ ਘਰ ਵਿੱਚ ਕੇਵਲ ਕਥਨੀ ਵਾਲੇ ਪ੍ਰਵਾਨ ਨਹੀਂ, ਸਤਿਗੁਰਾਂ ਦੇ ਘਰ ਵਿੱਚ ਕਰਨੀ ਵਾਲੇ ਪ੍ਰਵਾਨ ਹਨ। ਜਿਹੜੇ ਕੇਵਲ ਗੱਲਾਂ ਹੀ ਕਰਨ ਗਿਆਨ ਦੀਆਂ, ਤੇ ਗਿਆਨ ਦੀਆਂ ਗੱਲਾਂ ਕਹਿਣ ਨਾਲ ਨਹੀਂ ਤਰਿਆ ਜਾਣਾ, ਉਹ ਕਹਿਣਾ ਬਾਦ ਹੈ, ਵਿਅਰਥ ਹੈ। ਇਸ ਕਰਕੇ ਭਾਈ ਕਰਨੀ ਦੇ ਧਾਰਨੀ ਬਣੋ, ਜੋ ਕਹਿ ਰਹੇ ਉਹਨੂੰ ਕਮਾਵੋ। ਦੋਹਰਾ ਸ੍ਰੀ ਗੁਰ ਦਰਸ਼ਨ ਦੇਵਈ ਸ਼ਾਂਤ ਰੂਪ ਕਨ ਗਿਆਨ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦਰਸ਼ਨ ਦੇ ਰਹੇ ਹਨ, ਜੋ ਸ਼ਾਂਤੀ ਔਰ ਗਿਆਨ ਦਾ ਘਨ ਸਵਰੂਪ ਹਨ। ਤੈ ਛਿਨਿਆਏ ਸਧਾਰਨਾ ਬੋਲਿਓ ਬੰਦੇ ਪਾਨ। ਪਾਤਸ਼ਾਹ ਜੀ ਦਰਸ਼ਨ ਦੇ ਰਹੇ ਸਨ। ਨੌਵੀਂ ਦੀ ਜਿਹੜੀ ਰਾਤ ਹੈ ਸੂ ਦੀ, ਉਹ ਬੀਤੀ ਆ। ਦਸਵੀਂ ਦਾ ਦਿਨ ਸੁਬਾਹ ਅੰਮ੍ਰਿਤ ਵੇਲੇ ਦਾ ਟਾਈਮ ਹੈ। ਭਾਈ ਸਧਾਰਨ ਜੀ ਨੇ ਆ ਕੇ ਸਤਿਗੁਰੂ ਜੀ ਨੂੰ ਬੇਨਤੀ ਕੀਤੀ ਹੱਥ ਜੋੜ ਕੇ, ਜੋ ਪਈ ਚੰਦਨ ਮ੍ਰਿਗ ਮਦ ਸਕਲ ਕਸਾਏ। ਮਹਾਰਾਜ ਜੀ ਆਪ ਜੀ ਦੇ ਹੁਕਮ ਦੀ ਪਾਲਣਾ ਕਰਦਿਆਂ ਹੋਇਆਂ ਚੰਦਨ ਆਦਿਕ, ਕੇਸਰ, ਕੁੰਕਮ, ਕਸਤੂਰੀ, ਇਹਨਾਂ ਚੀਜ਼ਾਂ ਦਾ ਚਰਚਣ ਕਰ ਦਿੱਤਾ ਗਿਆ ਹੈ। ਭਲੀ ਪਾਤ ਕਰ ਕੋ ਛਿੜਕਾਏ। ਭਲੀ ਪ੍ਰਕਾਰ ਨਾਲ ਸਾਰੀ ਧਰਮਸ਼ਾਲਾ ਵਿੱਚ ਇਹਦਾ ਛਿੜਕਾਵ ਕੀਤਾ ਹੈ। ਸਗਰੋ ਅਜਰ ਸੁਲੀਪ ਬਨਾਇਓ। ਔਰ ਜਿੰਨਾ ਥੱਲੇ ਧਰਤੀ ਦਾ ਥਾਂ ਆ ਉਹਨੂੰ ਲਿਪ ਕੇ ਚੰਗੀ ਤਰ੍ਹਾਂ ਸਾਫ਼ ਕੀਤਾ ਹੈ। ਸਭ ਸੁਗੰਧ ਨੀਕੇ ਮਹਿਕਾਇਓ। ਔਰ ਉਹਦੇ ਚ ਸੁਗੰਧੀ ਦਾ ਚਰਚਣ ਕੀਤਾ, ਸੁਗੰਧੀ ਦਾ ਮਹਿਕ ਦਾ ਵਿਸਥਾਰ ਕੀਤਾ ਹੈ। ਰਾਵਰ ਕੀ ਰਜਾਈ ਜੈ ਥਾਈ। ਜਿਵੇਂ ਆਪ ਜੀ ਦਾ ਹੁਕਮ ਸੀ, ਜਿਹੜੀ ਜਗ੍ਹਾ ਤੇ ਹੁਕਮ ਸੀ ਉਸ ਜਗ੍ਹਾ ਦੇ ਉੱਤੇ ਹੀ ਇਹ ਸਾਰਾ ਵਰਤਾਰਾ ਵਰਤਾਇਆ ਹੈ। ਤਹਾਂ ਮ੍ਰਿਦੁਲ ਬੋ ਕੁਸ਼ਾ ਡਸਾਈ। ਔਰ ਉਹਦੇ ਤੇ ਸੁੰਦਰ ਸੇਜਾ ਜਿਹੜੀ ਆਪ ਜੀ ਦਾ ਆਸਣ ਹੈ, ਵਿਛੋਣਾ ਹੈ, ਉਹ ਮਹਾਰਾਜ ਜੀ ਥੱਲੇ ਭੁੰਜਿਆਂ ਵਿਛਾ ਦਿੱਤਾ ਗਿਆ ਹੈ। ਅਸ ਕਹਤਿਓ ਗਦ ਗਦ ਪੀ ਬਾਨੀ। ਏਦਾਂ ਕਹਿ ਕੇ ਭਾਈ ਸਧਾਰਨ ਜੀ ਦਾ ਕੰਠ ਰੁਕ ਗਿਆ। ਏਦਾਂ ਦੱਸਦਿਆਂ ਨਾ ਤੇ ਭਾਈ ਸਧਾਰਨ ਜੀ ਦਾ ਗਲਾ ਰੁਕ ਗਿਆ, ਨੇਤਰ ਭਰ ਗਏ। ਲੋਚਨ ਤੇ ਜਲ ਧਾਰ ਚਲਾਨੀ। ਇੱਕਦਮ ਬੋਲਦਿਆਂ ਕੰਠ ਰੁਕ ਗਿਆ ਤੇ ਅੱਖਾਂ ਦੇ ਵਿੱਚੋਂ ਨੀਰ ਦੀਆਂ ਧਾਰਾਵਾਂ ਵਹਿ ਟੁਰੀਆਂ ਭਾਈ ਸਧਾਰਨ ਜੀ ਦੇ। ਕੀਤਕ ਸਿੱਖ ਤਬ ਠਾਂਡੇ ਦਰਸੇ। ਲਾਗੇ ਕੁਝ ਸਿੱਖ ਮਹਾਰਾਜ ਜੀ ਦੇ ਖਲੋਤੇ ਦਰਸ਼ਨ ਕਰ ਰਹੇ ਸਨ। ਬੈਠੇ ਕੀਤਕ ਦਰਸ਼ਨ ਪਰਸੇ। ਕਈ ਸੰਗਤਾਂ ਬੈਠੀਆਂ ਹੋਈਆਂ ਦਰਸ਼ਨ ਕਰ ਰਹੀਆਂ ਹਨ। ਸੁਨ ਕੈ ਸਭ ਇਨ ਕਰੁਣਾ ਠਾਨੀ। ਜਦੋਂ ਭਾਈ ਸਧਾਰਨ ਜੀ ਦਾ ਗਲਾ ਭਰਿਆ ਨਾ, ਬੋਲਦਿਆਂ ਇੱਕਦਮ ਕੰਠ ਰੁਕ ਗਿਆ, ਅੱਖਾਂ ਭਰ ਆਈਆਂ। ਤੇ ਜਿਹੜੇ ਬਾਕੀ ਸਿੱਖ ਸਨ ਆਲੇ ਦੁਆਲੇ, ਉਹਨਾਂ ਦੇ ਵੀ ਨੇਤਰ ਭਰ ਆਏ, ਉਹਨਾਂ ਦਾ ਵੀ ਮਨ ਜਿਹੜਾ ਭਰ ਆਇਆ, ਕੰਠ ਰੁਕ ਗਿਆ। ਛੁਟਤ ਪਇਓ ਦ੍ਰਿਗ ਤੇ ਬਹੁ ਪਾਨੀ। ਉਹ ਵੀ ਮਾਨੋ ਜਿਵੇਂ ਵਿਰਾਗ ਦੀਆਂ ਮੂਰਤਾਂ ਬਣ ਗਏ ਹੋਣ। ਅੱਖਾਂ ਵਿੱਚੋਂ, ਨੇਤਰਾਂ ਵਿੱਚੋਂ ਵਿਰਾਗ ਨਾਲ ਨੀਰ ਵਹਿ ਰਿਹਾ ਹੈ। ਜਨ ਕਰਨਾ ਰਸ ਬਹੁਤ ਸਰੀਰਾ। ਏਦਾਂ ਕਹਿ ਲਈਏ ਵੀ ਜਿਹੜਾ ਕਰੁਣਾ ਰਸ ਹੈ ਨਾ, ਉਹਨੇ ਬਹੁਤ ਸਾਰੇ ਸਿੱਖਾਂ ਦੇ ਸਰੂਪ ਧਾਰਨ ਕਰ ਲਏ ਹੁਣ, ਤੇ ਇੱਥੇ ਬੈਠੇ ਨੇ ਆਲੇ ਦੁਆਲੇ। ਕਰੁਣਾ ਰਸ ਨੇ ਕਈ ਸਰੀਰ ਧਾਰਨ ਕਰ ਲਏ ਹਨ। ਤਰੇ ਬਿਸੂਰਤ ਹੋਏ ਅਤੀਰਾ। ਔਰ ਧੀਰਜ ਨੂੰ ਛੱਡ ਕੇ ਕਰੁਣਾ ਰਾਸੀ ਝੁਰ ਰਿਹਾ ਹੈ। ਕਰੁਣਾ ਰਾਸੀ ਮਾਨੋ ਜਿਵੇਂ ਵਸੂਰ ਰਿਹਾ ਹੈ। ਗੁਰੂ ਗਿਆਨ ਕਨ ਪਿਖ ਸਭ ਤਾਈ। ਸਤਿਗੁਰੂ ਜੀ ਜੋ ਗਿਆਨ ਦੇ ਘਣਾ ਆਨੰਦ ਸਰੂਪ ਨੇ, ਗੁਰਦੇਵ ਨੇ ਜਦੋਂ ਸਿੱਖਾਂ ਨੂੰ ਵੈਰਾਗਮਈ ਹੁੰਦਾ ਵੇਖਿਆ ਕਿ ਸਿੱਖਾਂ ਦੇ ਹਿਰਦੇ ਵਿੱਚ ਵੈਰਾਗ ਹੈ, ਗੁਰਸਿੱਖਾਂ ਦੇ ਨੇਤਰ ਸਜਲ ਨੇ, ਕੰਠ ਭਰੇ ਹੋਏ ਨੇ, ਤਾਂ ਪਰਮ ਦਿਆਲੂ ਕਿਰਪਾਲੂ ਸਤਿਗੁਰੂ ਜੀ ਨੇ ਸਭ ਵੱਲ ਵੇਖਿਆ। ਸ਼੍ਰੀ ਮੁਖ ਤੇ ਮ੍ਰਿਦ ਗਿਰਾ ਅਲਾਈ। ਮਿਰਦਲ ਕੋਮਲ ਮਿੱਠੇ ਬੋਲ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਬੋਲੇ ਹਨ। ਤਨ ਸਨੇ ਸਭ ਝੂਠੋ ਜਾਨੋ। ਮਹਾਰਾਜ ਜੀ ਕਹਿੰਦੇ ਗੁਰਸਿੱਖੋ, ਇਹਨਾਂ ਸਰੀਰਾਂ ਦਾ ਨੇਹ ਝੂਠਾ ਹੈ। ਆ ਜਿਹੜੇ ਤਨ ਨੇ ਸਰੀਰ, ਇਹਨਾਂ ਦਾ ਨੇਹ
ਉਹ ਝੂਠਾ ਨੇਹ ਹੈ। ਕਿਉ ਬਿਖਾਦ ਇਹ ਤੋ ਮਨ ਠਾਨੋ। ਝੂਠਾ ਨੇਹ ਕਰਕੇ ਸਰੀਰਾਂ ਦਾ ਤੁਸੀਂ ਇੰਨਾ ਵਿਖਾਦ ਕਿਉਂ ਕਰਦੇ ਹੋ? ਇਤਨੇ ਬੇਬਲ ਤੇ ਦੁਖੀ ਕਿਉਂ ਹੁੰਦੇ ਹੋ? ਦੇਹ ਮਿਲਨ ਵਿਚਰਨੇ ਸਭਾਂਤੀ। ਇਹਨਾਂ ਦੇਹਾਂ ਦਾ ਮਿਲਣਾ ਤੇ ਵਿਛੜਨਾ ਉਹ ਪਰਮੇਸ਼ਰ ਨੇ ਵਿਧਾਤੇ ਨੇ ਇਸੇ ਤਰ੍ਹਾਂ ਹੀ ਬਣਾਇਆ ਹੋਇਆ। ਇਹ ਸਰੀਰ ਮਿਲਦੇ ਹਨ ਔਰ ਇਹ ਸਰੀਰ ਵਿਛੜਦੇ ਹਨ। ਹੋਤ ਦਿਵਸ ਪੁਨ ਆਵੇਂ ਰਾਤੀ। ਔਰ ਮਹਾਰਾਜ ਜੀ ਕਹਿੰਦੇ ਬਹੁਤੇ, ਹਾਂਜੀ, ਹੋਤ ਦਿਵਸ ਪੁਨ ਆਵੇਂ ਰਾਤੀ। ਜਿਵੇਂ ਦਿਨ ਆਉਂਦਾ ਤੇ ਦਿਨ ਤੋਂ ਬਾਅਦ ਰਾਤ ਆਉਣੀ ਅਵਾਸ਼ੀ ਹੁੰਦੀ ਹੈ ਨਾ, ਐਸਾ ਤਾਂ ਨਹੀਂ ਵੀ ਦਿਨ ਆਵੇ ਤੇ ਮੁੜ ਕੇ ਰਾਤ ਨਹੀਂ ਆਉਂਦੀ। ਦਿਨ ਆਵੇ ਤੇ ਰਾਤ ਵੀ ਆਉਂਦੀ ਹੈ। ਭਗਤ ਰਵਿਦਾਸ ਜੀ ਵੀ ਕਹਿੰਦੇ ਜੋ ਦਿਨ ਆਵਹਿ ਸੋ ਦਿਨ ਜਾਹੀ। ਕਹਿੰਦੇ ਇਸੇ ਤਰ੍ਹਾਂ ਇਹਨਾਂ ਸਰੀਰਾਂ ਦਾ ਮਿਲਣਾ ਵੀ ਹੈ, ਜੇ ਮਿਲਣਾ ਹੈ ਤੇ ਫਿਰ ਇਹਨਾਂ ਦਾ ਵਿਛੜਨਾ ਵੀ ਹੈ। ਜੇ ਨਰ ਮਿਲੇ ਸ਼ਬਦ ਕੇ ਸੰਗਾ। ਪਰ ਹਾਂ, ਪਾਤਸ਼ਾਹ ਕਹਿੰਦੇ ਜਿਹੜੇ ਸ਼ਬਦ ਨਾਲ ਮਿਲੇ ਹੋਏ ਨੇ, ਜਿਹੜੇ ਗੁਰ ਸ਼ਬਦ ਵਿੱਚ ਮਿਲੇ ਹੋਏ ਹਨ, ਰਹੇ ਸਦੀਵ ਰਾਜ ਤੈ ਰੰਗਾ। ਔਰ ਗੁਰ ਸ਼ਬਦ ਵਿੱਚ ਮਿਲ ਕੇ ਸਦੀਵ ਉਹਦੇ ਰੰਗ ਵਿੱਚ ਰੰਗੇ ਹੋਏ ਨੇ। ਤੀਨੇ ਵਿਚਰੇ ਬੋਰ ਕਦਾਈ। ਉਹ ਫਿਰ ਮੁੜ ਕੇ ਕਦੇ ਨਹੀਂ ਵਿਛੜਦੇ, ਉਹਨਾਂ ਦਾ ਮੁੜ ਕੇ ਕਦੇ ਵਿਛੋੜਾ ਨਹੀਂ ਹੁੰਦਾ। ਜਿਹੜੇ ਸ਼ਬਦ ਨਾਲ ਮਿਲ ਜਾਂਦੇ ਹਨ ਔਰ ਸ਼ਬਦ ਨਾਲ ਮਿਲੇ ਸਦਾ ਹੀ ਸ਼ਬਦ ਵਿੱਚ ਮਿਲੇ ਰਹਿੰਦੇ ਹਨ, ਉਹਨਾਂ ਦਾ ਮੁੜ ਕੇ ਕਦੇ ਵਿਛੜਨਾ ਨਹੀਂ ਹੁੰਦਾ। ਜੋ ਨੀਰੇ ਮੈਂ ਨੀਰ ਸਮਾਈ। ਜਿਵੇਂ ਪਾਣੀ ਵਿੱਚ ਪਾਣੀ ਮਿਲ ਜਾਏ ਤੇ ਮੁੜ ਕੇ ਪਾਣੀ ਤੋਂ ਵੱਖਰਾ ਨਹੀਂ ਹੁੰਦਾ। ਮੁਝ ਸੋ ਮਿਲਨੇ ਕੀ ਜੈ ਚਾਹੀ। ਪਾਤਸ਼ਾਹ ਕਹਿੰਦੇ ਹੈ ਸਿੱਖੋ ਸੁਣੋ, ਜੇ ਤੁਹਾਨੂੰ ਮੇਰੇ ਨਾਲ ਮਿਲਣ ਦੀ ਚਾਹਨਾ ਹੈ, ਤੁਹਾਨੂੰ ਮੇਰੇ ਨਾਲ ਮਿਲਣ ਦੀ ਚਾਹਨਾ ਹੈ ਕਿ ਤੁਸੀਂ ਮੇਰੇ 'ਚ ਅਭੇਦ ਹੋਣਾ ਚਾਹੁੰਦੇ ਹੋ, ਸਦਾ ਵਿਚਰਨੋ ਭਾਵੇਂ ਨਾਈ। ਤੁਸੀਂ ਚਾਹੁੰਦੇ ਹੋ ਸਦਾ ਹੀ ਮਿਲੇ ਰਹਿਣਾ, ਕਦੇ ਮੇਰੇ ਤੋਂ ਵਿਛੜਨਾ ਨਹੀਂ ਚਾਹੁੰਦੇ, ਨਹੀਂ ਚਾਹੁੰਦੇ ਕਿ ਤੁਹਾਡਾ ਕਦੇ ਮੇਰੇ ਤੋਂ ਵਿਛੋੜਾ ਹੋਵੇ। ਸੋ ਨਰ ਸ਼ਬਦ ਕਰੇ ਅਭਿਆਸੇ। ਫਿਰ ਉਹ ਨਰ ਸ਼ਬਦ ਦਾ ਅਭਿਆਸ ਕਰਿਆ ਕਰੋ। ਵਾਹਿਗੁਰੂ ਵਾਹਿਗੁਰੂ, ਵੱਧ ਤੋਂ ਵੱਧ ਇਸ ਸ਼ਬਦ ਦਾ ਅਭਿਆਸ ਕਰਿਆ ਕਰੋ। ਜਿੰਨਾ ਇਸ ਸ਼ਬਦ ਦਾ ਅਭਿਆਸ ਕਰਕੇ ਇਹਦੇ 'ਚ ਮਿਲੇ ਰਹੋਗੇ, ਮੇਰੇ ਵਿੱਚ ਹੀ ਅਭੇਦ ਰਹੋਗੇ, ਮੇਰੇ ਤੋਂ ਵੱਖਰੇ ਨਹੀਂ ਹੋਵੋਗੇ, ਮੇਰੇ ਤੋਂ ਕਦੇ ਫਿਰ ਤੁਹਾਡਾ ਵਿਛੋੜਾ ਨਹੀਂ ਹੋਵੇਗਾ। ਸ਼ਰਵਨ ਮਨਨ ਨਿਤ ਪ੍ਰਤ ਨਿਧਿਆਸੇ। ਜੋ ਸਤਿਗੁਰਾਂ ਦਾ ਸ਼ਬਦ ਉਪਦੇਸ਼ ਸੁਣਨਾ, ਉਹਨੂੰ ਫਿਰ ਮੰਨਣਾ, ਮੰਨ ਕੇ ਫਿਰ ਉਹਦਾ ਨਿਧਿਆਸਣ ਕਰਨਾ, ਉਹਦੀ ਕਮਾਈ ਕਰਨੀ ਹੈ। ਨਿਰਸੰਦੇ ਮਿਲੇ ਮੁਝ ਸੰਗਾ। ਜਿਹੜੇ ਕਮਾਈ ਕਰਦੇ ਨੇ ਨਿਰਸੰਦੇਹ ਉਹ ਮੇਰੇ ਵਿੱਚ ਮਿਲ ਕੇ ਅਭੇਦ ਹੋ ਜਾਂਦੇ ਹਨ, ਉਹ ਮੇਰੇ ਵਿੱਚ ਹੀ ਇੱਕਮਿਕ ਹੋ ਜਾਂਦੇ ਹਨ। ਬੌਰ ਨ ਵਿਚਰੇ ਹੋਏ ਕਰੰਗਾ। ਉਹਨਾਂ ਦਾ ਮੁੜ ਕੇ ਕਦੇ ਵੀ ਵਿਛੋੜਾ ਨਹੀਂ ਹੁੰਦਾ, ਉਹ ਕਦੇ ਨਹੀਂ ਵਿਛੜਦੇ। ਤਾਂ ਤੇ ਤੁਮ ਅਬ ਤਜੋ ਵਿਖਾਦਾ। ਇਸ ਕਰਕੇ ਗੁਰਸਿੱਖੋ ਸ਼ਬਦ ਦਾ ਅਭਿਆਸ ਕਰੋ। ਆ ਜਿਹੜਾ ਵਿਖਾਦ ਹੈ ਸਰੀਰਾਂ ਦੇ ਵਿਛੜਨ ਦਾ, ਇਹ ਝੂਠਾ ਵਿਖਾਦ ਆਪਣੇ ਹਿਰਦੇ ਚੋਂ ਤਿਆਗ ਦੇਵੋ। ਗਾਓ ਸ਼ਬਦ ਕਰੋ ਐਲਾਦਾ। ਗੁਰਬਾਣੀ ਪੜੋ, ਗੁਰਬਾਣੀ ਗਾਵੋ ਔਰ ਗੁਰਬਾਣੀ ਪੜ੍ਹ ਕੇ ਹਲਾਦ ਵਿੱਚ ਆਓ। ਹਲਾਦ ਕਹਿੰਦੇ ਨੇ ਖੇੜੇ ਨੂੰ, ਵਿਗਾਸ ਨੂੰ। ਮਹਾਰਾਜ ਜੀ ਕਹਿੰਦੇ ਗੁਰਬਾਣੀ ਦਾ ਅਭਿਆਸ ਕਰੋ, ਗੁਰਬਾਣੀ ਪੜੋ, ਗੁਰਬਾਣੀ ਗਾਵੋ ਔਰ ਉਹਦੇ ਵਿੱਚ ਹਲਾਦ ਮਾਣੋ, ਆਨੰਦ ਮਾਣੋ। ਦ੍ਰਿਸ਼ਟ ਮਾਨ ਜੋ ਸਰਬ ਪਸਾਰਾ। ਆ ਜਿਹੜਾ ਬਾਹਰਲਾ ਪਸਾਰਾ, ਜਿਹਨੂੰ ਦ੍ਰਿਸ਼ਟ ਮਾਨ ਪਸਾਰਾ ਕਹਿੰਦੇ, ਜੋ ਇਹ ਦਿਸ ਰਿਹਾ ਹੈ, ਨਾਸ਼ਵੰਤ ਸੋ ਲਿਓ ਵਿਚਾਰਾ। ਇਹ ਸਭ ਨਾਸ਼ਵਾਨ ਹੈ। ਦ੍ਰਿਸ਼ਟਮਾਨ ਹੈ ਸਗਲ ਮਥੇਨਾ। ਇਹ ਦ੍ਰਿਸ਼ਟੀਮਾਨ ਜਿਹੜਾ ਪਸਾਰਾ ਹੈ ਇਹ ਮਿਥਿਆ ਹੈ, ਨਾਸ਼ਵਾਨ ਹੈ। ਉਤ ਵਿਪਰਜੇ ਥਿਰ ਨਾ ਰਹਾਈ। ਇਹ ਵਿਪਰਜੇ ਹੋਣ ਵਾਲਾ ਦਿਸ ਰਿਹਾ, ਪਰ ਇਹਦੇ ਤੋਂ ਉਲਟ ਨਾ ਦਿਸ ਹੈ। ਦਿਸ ਰਿਹਾ ਪਰ ਹੈ ਇਹਦੇ ਤੋਂ ਉਲਟ, ਨਾ ਦਿਸਣ ਵਾਲਾ ਭਾਵ ਇਹਦੇ ਤੋਂ ਵਿਪਰੀਤ ਹੋਣ ਵਾਲਾ, ਵਿਪਰਜੇ ਉਲਟ ਹੋਣ ਵਾਲਾ। ਜਿਉ ਧਰੁਵ ਕੈ ਅਧਰੁਵ ਹੋਏ ਜਾਈ। ਕਹਿੰਦੇ ਜਿਵੇਂ ਕੋਈ ਧਰੁਵ ਚੀਜ਼, ਖੜੀ ਚੀਜ਼ ਦਿਸਦੀ ਹੈ ਪਰ ਉਹ ਖੜੀ ਨਹੀਂ, ਉਹ ਅਧਰੁਵ ਹੁੰਦੀ ਹੈ।
ਭਾਵ ਚੱਲ ਰਹੀ ਹੁੰਦੀ ਹੈ। ਏਦਾਂ ਹੀ ਇਹ ਸੰਸਾਰ ਹੈ। ਸਸ ਸੂਰਜ ਪ੍ਰਕਾਸ਼ ਕਰਾਉ। ਆ ਜਿਹੜੇ ਸੂਰਜ ਤੇ ਚੰਦਰਮਾ ਦਾ ਪ੍ਰਕਾਸ਼ ਦਿਸ ਰਿਹਾ, ਇਹ ਪ੍ਰਕਾਸ਼ ਕਰਦੇ ਨਜ਼ਰ ਆਉਂਦੇ ਨੇ। ਕਾਲ ਪਾਏ ਤਿਨ ਹੋਏ ਅਭਾਉ। ਪਾਤਸ਼ਾਹ ਕਹਿੰਦੇ ਸਿੱਖੋ, ਸਮਾਂ ਆਉਣਾ, ਕਾਲ ਆਉਣਾ, ਇਹਨਾਂ ਦਾ ਵੀ ਅਭਾਵ ਹੋ ਜਾਣਾ। ਇਹ ਸੂਰਜ ਤੇ ਚੰਦਰਮਾ ਵੀ ਸਿਮਟ ਜਾਣਗੇ, ਸਮਾਪਤ ਹੋ ਜਾਣਗੇ। ਜੋ ਸੁਮੇਰ ਸਭ ਸੁਰਨ ਆਧਾਰਾ। ਸੁਮੇਰ ਪਰਬਤ ਜਿਹੜਾ ਦੇਵਤਿਆਂ ਦਾ ਆਧਾਰ ਮੰਨਿਆ ਜਾਂਦਾ, ਬੜਾ ਵਿਸ਼ਾਲ ਹੈ। ਛੈ ਹੋਵਤ ਤਿਨ ਲਗੇ ਨਾ ਬਾਰਾ। ਉਸ ਸੁਮੇਰ ਪਰਬਤ ਨੇ ਵੀ ਛੈ ਹੋ ਜਾਣਾ, ਉਹਨੇ ਵੀ ਵਿਲੈ ਹੋ ਜਾਣਾ, ਦੇਰੀ ਨਹੀਂ ਲੱਗਣੀ। ਧਰਨੀ ਜਲ ਸਾਗਰ ਗੰਭੀਰਾ। ਚਾਹੇ ਧਰਤੀ ਹੈ, ਜਲ ਹੈ, ਡੂੰਘਾ ਸਮੁੰਦਰ ਹੈ। ਅਗਰ ਕਾਲ ਸੋ ਧਰੇ ਨਾ ਧੀਰਾ। ਕਾਲ ਦੇ ਸਾਹਮਣੇ ਇਹਨਾਂ ਨੇ ਵੀ ਨਹੀਂ ਧੀਰਜ ਰੱਖਣਾ, ਇਹਨਾਂ ਨੇ ਵੀ ਸਿਮਟ ਜਾਣਾ। ਚਾਹੇ ਧਰਤੀ ਹੈ, ਜਲ ਹੈ, ਤੇ ਚਾਹੇ ਸਮੁੰਦਰ ਹੈ, ਇਹਨਾਂ ਨੂੰ ਵੀ ਕਾਲ ਨੇ ਭੱਖ ਜਾਣਾ, ਕਾਲ ਨੇ ਸਮੇਟ ਲੈਣਾ। ਪਾਵਕ ਪੌਣ ਪ੍ਰਕਰਮ ਯੁਕਤਾ। ਚਾਹੇ ਅੱਗ ਹੈ, ਚਾਹੇ ਪਵਨ ਹੈ, ਤੇ ਚਾਹੇ ਵੱਡੇ ਵੱਡੇ ਪਰਾਕਰਮ ਸਹਿਤ ਬਲੀ ਹਨ। ਕਾਲ ਪਾਏ ਸੋ ਹੋਏ ਅਸ਼ਕਤਾ। ਜਦੋਂ ਕਾਲ ਆਉਣਾ, ਇਹਨਾਂ ਨੇ ਵੀ ਕਾਲ ਦੀ ਖੁਰਾਕ ਜਾਣਾ। ਕਾਲ ਦੇ ਸਾਹਮਣੇ ਇਹਨਾਂ ਦੀ ਵੀ ਕੋਈ ਸ਼ਕਤੀ, ਕੋਈ ਤਾਕਤ ਨਹੀਂ ਚੱਲਣੀ। ਮਹਾਬਲੀ ਰਾਖਸ਼ ਜੇ ਰਾਜਾ। ਵੱਡੇ ਵੱਡੇ ਮਹਾਬਲੀ ਰਾਖਸ਼ ਔਰ ਬੜੇ ਬੜੇ ਮਹਾਬਲੀ ਜਿਹੜੇ ਰਾਜੇ ਸਦਾਉਂਦੇ ਹਨ। ਕਾਲ ਡੰਕ ਸਭ ਕੇ ਸਿਰ ਗਾਜਾ। ਪਾਤਸ਼ਾਹ ਕਹਿੰਦੇ ਕਾਲ ਦਾ ਡੰਕਾ ਇਹਨਾਂ ਸਾਰਿਆਂ ਦੇ ਸਿਰਾਂ ਤੇ ਵੱਜ ਰਿਹਾ ਹੈ। ਜੇਤੇ ਬੜੇ ਛਤਰ ਧਾਰੀ ਕਲਗੀਧਰ ਸਵਾਮੀ ਜੀ ਦੇ ਬਚਨ ਹਨ। ਜਿੱਡੇ ਵੱਡੇ ਵੱਡੇ ਛਤਰ ਧਾਰੀ ਰਾਜੇ ਕਹੇ ਜਾਂਦੇ ਹਨ। ਮਾਨ ਸੇ ਮਹੀਪ ਉਹ ਦਲੀਪ ਕੈਸੇ ਛਤਰ ਧਾਰੀ। ਭੋਗ ਭੋਗ ਭੂਮ ਅੰਤ ਭੂਮ ਮੈਂ ਮਿਲਏ ਹੈ। ਇਹਨਾਂ ਦੇ ਸਾਰਿਆਂ ਦੇ ਸਿਰਾਂ ਉੱਤੇ ਕਾਲ ਮੰਡਰਾ ਰਿਹਾ ਹੈ। ਪੇ ਅਵਤਾਰ ਜਿਤੇ ਰਣ ਧੀਰਾ। ਪਾਤਸ਼ਾਹ ਕਹਿੰਦੇ ਜਿਹੜੇ ਵੱਡੇ ਵੱਡੇ ਅਵਤਾਰ ਤੇ ਵੱਡੇ ਵੱਡੇ ਰਣਧੀਰ, ਰਣਧੀਰ ਕਹਿੰਦੇ ਨੇ ਜੰਗ ਦੇ ਮੈਦਾਨ 'ਚ ਧੀਰਜ ਨਾਲ ਲੜਨ ਵਾਲੇ ਯੋਧੇ, ਉਹ ਵੱਡੇ ਵੱਡੇ ਸੂਰਮੇ। ਕਾਲ ਪਾਏ ਕੀਏ ਤਜਨ ਸਰੀਰਾ। ਜਦੋਂ ਕਾਲ ਆਉਣਾ, ਇਹਨਾਂ ਨੇ ਵੀ ਆਪਣੇ ਸਰੀਰ ਤਜਿਆ। ਰਾਮ ਗਇਓ ਰਾਵਣ ਗਇਓ, ਜਾਂ ਕੋ ਬਹੁ ਪਰਵਾਰ। ਕਹੋ ਨਾਨਕ ਥਿਰ ਕਛ ਨਹੀਂ, ਸੁਪਨੇ ਜਿਉ ਸੰਸਾਰ। ਵੱਡੇ ਵੱਡੇ ਅਵਤਾਰ ਏਕ ਸ਼ਿਵ ਭਏ, ਇੱਕ ਗਏ ਇੱਕ ਫੇਰ ਭਏ। ਰਾਮਚੰਦ ਕ੍ਰਿਸ਼ਨ ਕੇ ਅਵਤਾਰ ਵੀ ਅਨੇਕ ਹੈ। ਕਲਗੀਧਰ ਦੇ ਬਚਨ ਹਨ। ਕਹਿੰਦੇ ਕਿੱਡੇ ਕਿੱਡੇ ਅਵਤਾਰੀ ਪੁਰਸ਼ ਹੋਵੇ, ਉਹ ਵੀ ਕਾਲ ਨੇ ਸਮੇਟ ਲਏ। ਮਹਾਸਿੱਧ ਸੁਰ ਗੰਧਰਵ ਕਿੰਨਰ। ਵੱਡੇ ਵੱਡੇ ਮਹਾਸਿੱਧ ਸੁਰ ਦੇਵਤੇ, ਕਿੰਨਰ ਤੇ ਜਿਹੜੇ ਗੰਧਰਵ ਸਦਾਉਂਦੇ ਨੇ, ਗਵਈਏ ਹੁੰਦੇ ਨੇ ਸਵਰਗਪੁਰੀ ਵਿੱਚ, ਉਹ ਜਿੰਨੇ ਵੀ ਹਨ। ਯਖ ਆਦ ਸਭ ਹੋਏ ਛਿਨ ਭੰਗਰ। ਯਕਸ਼ ਨੇ, ਇਹ ਸਭ ਛਿਨ ਭੰਗਰ ਨੇ। ਐ ਗੁਰਸਿੱਖੋ, ਇਹਨਾਂ ਦੇ ਸਿਰ ਤੇ ਵੀ ਕਾਲ ਡੰਕਾ ਕਰਕੇ ਵਜਾ ਰਿਹਾ ਹੈ। ਜਮ ਉਡਗਨ ਪੁਰਹੂਤ ਕੁਮੇਰਾ। ਜਮ ਨੇ, ਤਾਰੇ ਨੇ, ਔਰ ਇੰਦਰ ਦੇ ਸਮੇਤ ਕੁਬੇਰ ਵਰਗੇ ਦੇਵਤੇ ਹਨ। ਹੋਏ ਵਿਪਰਜੈ ਲਗੇ ਨਾ ਦੇਰਾ। ਇਹਨਾਂ ਨੇ ਵੀ ਨਸ਼ਟ ਹੋ ਜਾਣਾ, ਦੇਰੀ ਨਹੀਂ ਲੱਗਣੀ। ਇਹਨਾਂ ਦੇ ਸਿਰ ਤੇ ਵੀ ਕਾਲ ਮੰਡਰਾ ਰਿਹਾ ਹੈ। ਜੋ ਬ੍ਰਹਮਾ ਜਗ ਕਾਰਣ ਕੇਰੋ। ਕਹਿੰਦੇ ਬ੍ਰਹਮਾ ਜੀ ਜਿਨ੍ਹਾਂ ਨੂੰ ਜਗਤ ਦਾ ਕਾਰਨ ਕਿਹਾ ਜਾਂਦਾ, ਵੀ ਜਗਤ ਦੀ ਸਿਰਜਣਾ ਬ੍ਰਹਮਾ ਜੀ ਕਰਦੇ ਹਨ। ਤੈਂ ਅਭਾਵ ਕਰ ਕਾਲ ਕਰੇਰੋ। ਪਰ ਕਾਲ ਕਰਾਰਾ ਉਹਨਾਂ ਦੇ ਸਿਰ ਤੇ ਵੀ ਆ। ਇੱਕ ਦਿਨ ਐਸਾ ਆਉਣਾ ਜਦੋਂ ਬ੍ਰਹਮਾ ਜੀ ਨੂੰ ਵੀ ਕਾਲ ਨੇ ਸਮੇਟ ਲੈਣਾ ਹੈ। ਹਰੀ ਵਿਸ਼ਨ ਜੈ ਜਗਤ ਅਲਾਏ। ਕਹਿੰਦੇ ਜਿਸ ਨੂੰ ਹਰੀ ਵਿਸ਼ਨੂੰ ਕਹਿ ਕੇ ਜਗਤ ਵਿੱਚ ਸੰਬੋਧਨ ਕੀਤਾ ਜਾਂਦਾ ਹੈ, ਹਰੀ ਹਰਤਤਾ ਤੈਂ ਕੀ ਜਾਏ। ਕਾਲ ਨੇ ਉਹਨਾਂ ਨੂੰ ਵੀ ਸਮੇਟ ਕੇ ਆਪਣੇ ਚ ਅਭਾਵ ਕਰ ਲੈਣਾ, ਲੈ ਕਰ ਲੈਣਾ ਹੈ। ਰੁਦਰੈ ਬੇਕ ਭਿਆਨਕ ਜਾਈ। ਰੁਦਰਾ ਸ਼ਿਵ ਨੂੰ ਕਹਿੰਦੇ, ਸ਼ਿਵ ਦਾ ਜਿਹੜਾ ਭਿਆਨਕ ਰੂਪ ਕਿਹਾ ਜਾਂਦਾ ਹੈ। ਕਾਲ ਪਾਏ ਸੇ ਹੋਵੇ ਨਾਈ। ਜਦੋਂ ਕਾਲ ਆਉਣਾ ਤੇ ਇਹਨਾਂ ਦਾ ਵੀ ਅਭਾਵ ਹੋ ਜਾਣਾ। ਤਦੇ ਕਲਗੀਧਰ ਜੀ ਨੇ ਚੌਪਈ ਸਾਹਿਬ ਜੀ ਦੀ ਪਾਵਨ ਅੰਮ੍ਰਿਤ ਬਾਣੀ ਵਿੱਚ, ਪਾਤਸ਼ਾਹ ਨੇ ਪਾਵਨ ਬਾਣੀ ਸ੍ਰੀ ਦਸਮ ਦੀ, ਜਿਹਨੂੰ ਚਰਿਤਰਾਂ ਦਾ ਹਿੱਸਾ ਕਹਿੰਦੇ, ਤੇ ਚਰਿਤਰਾਂ ਦੇ ਹਿੱਸੇ ਵਿੱਚੋਂ ਚੌਪਈ ਸਾਹਿਬ ਦੀ ਬਾਣੀ ਹੈ। ਖੰਡੇ ਦੀ ਪੌਲ ਤੇ 5 ਬਾਣੀਆਂ 'ਚ ਅੰਮ੍ਰਿਤ ਬਾਣੀ ਪੜ੍ਹੀ ਜਾਂਦੀ ਹੈ। ਨੰਗਲ ਦੀ ਧਰਤੀ ਤੇ ਗੁਰਦੁਆਰਾ ਬਿਪੌਰ ਸਾਹਿਬ ਦੀ ਧਰਤੀ ਤੇ ਪਾਤਸ਼ਾਹ ਨੇ
ਇਹ ਪਾਵਨ ਬਾਣੀ ਦੀ ਰਚਨਾ ਕੀਤੀ। ਅਗਲਾ ਮਹੀਨਾ ਜਿਹੜਾ ਭਾਦਰੋਂ ਦਾ ਆਉਣਾ ਹੈ, ਭਾਦਰੋਂ ਸੁਦੀ ਅਸ਼ਟਮੀ ਰਵਿਵਾਰਾ, ਤੀਰ ਸਤਦਰਵ ਗ੍ਰੰਥ ਸੁਧਾਰਾ। ਉਹ ਸਤਲੁਜ ਦਰਿਆ ਦੇ ਕੰਢੇ ਦੇ ਉੱਤੇ ਭਾਦਰੋਂ ਸੁਦੀ ਅਸ਼ਟਮੀ ਵਾਲੇ ਦਿਨ ਮਹਾਰਾਜ ਜੀ ਨੇ ਬਾਣੀ ਦੀ ਰਚਨਾ ਕੀਤੀ। ਚੌਪਈ ਸਾਹਿਬ ਵਿੱਚ ਪਾਤਸ਼ਾਹ ਕਹਿੰਦੇ, ਕਾਲ ਪਾਏ ਬ੍ਰਹਮਾ ਬਪਤਰਾ, ਕਾਲ ਪਾਏ ਸਿਵਜੂ ਅਵਤਰਾ, ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ, ਸਕਲ ਕਾਲ ਕਾ ਕੀਆ ਤਮਾਸ਼ਾ। ਇਹ ਸਭ ਕਾਲ ਦਾ ਤਮਾਸ਼ਾ ਹੈ। ਅਕਾਲ ਉਸਤਤ ਸਾਹਿਬ ਦੀ ਬਾਣੀ ਰਚੀ ਕਲਗੀਧਰ ਜੀ ਨੇ। ਪੌਂਟਾ ਸਾਹਿਬ ਦੀ ਪਵਿੱਤਰ ਪਾਵਨ ਧਰਤੀ ਤੇ ਜਮਨਾ ਦੇ ਕੰਢੇ ਤੇ, ਜਮਨਾ ਦੇ ਕਿਨਾਰੇ ਤੇ ਬੈਠੇ ਮਹਾਰਾਜ ਜੀ ਉਚਾਰਦੇ ਹਨ, ਜਲ ਕਹਾਂ ਥਲ ਕਹਾਂ ਗगन के गौन कहाँ, काल के बनाए सब काल ही चबाहेंगे। ਪਾਤਸ਼ਾਹ ਗੁਰੂ ਨਾਨਕ ਸਾਹਿਬ ਉਪਦੇਸ਼ ਦੇ ਕੇ ਸਿੱਖਾਂ ਨੂੰ ਦੱਸ ਰਹੇ ਨੇ ਕਿ ਜਿਹੜੇ ਤਿੰਨ ਦੇਵ ਕਹੇ ਜਾਂਦੇ ਨੇ, ਕਾਲ ਨੇ ਇਹਨਾਂ ਨੂੰ ਵੀ ਸਮੇਟ ਲੈਣਾ। ਕਾਲ ਦਾ ਕੀ ਮਤਲਬ ਹੈ? ਸਮਾਂ। ਸਮਾਂ ਹੀ ਬਣਾਉਂਦਾ ਨਾ ਸਭ ਨੂੰ, ਤੇ ਜਦੋਂ ਸਮਾਂ ਆਉਣਾ, ਸਮੇਂ ਨੇ ਸਭ ਨੂੰ ਆਪਣੇ 'ਚ ਸਮੇਟ ਲੈਣਾ ਹੈ। ਸਮੇਂ ਤੋਂ ਬਾਹਰ ਅਗਰ ਕੁਝ ਹਸਤੀ ਹੈ ਤਾਂ ਉਹ ਇੱਕੋ ਇੱਕ ਹਸਤੀ ਹੈ, ਅਕਾਲ ਮੂਰਤ। ਪਰਮੇਸ਼ਰ ਦੀ ਉਹ ਹਸਤੀ ਹੈ ਜਿਹੜੀ ਕਾਲ ਦੇ ਦਾਇਰੇ ਵਿੱਚ ਨਹੀਂ ਆਉਂਦੀ। ਸਭ ਕੋ ਜੋ ਆਧਾਰ ਆਕਾਸ਼ਾ, ਆ ਜਿਹੜਾ ਆਕਾਸ਼ ਸਾਰਿਆਂ ਦਾ ਆਧਾਰ ਕਿਹਾ ਜਾਂਦਾ। ਸਾਰਿਆਂ ਦਾ ਆਧਾਰ ਕਿਉਂ? ਜੇ ਆਕਾਸ਼ ਤੱਤ ਨਾ ਹੋਵੇ ਆਪਾਂ ਟੁਰ ਫਿਰ ਕਿਵੇਂ ਸਕਦੇ ਆ? ਇਹ ਸਭ ਦਾ ਆਧਾਰ ਹੈ ਨਾ। ਇਹ ਆਕਾਸ਼ ਜਿਹੜਾ ਸਾਰਿਆਂ ਦਾ ਆਧਾਰ ਕਿਹਾ ਜਾਂਦਾ ਹੈ। ਕਾਲ ਅਗਾਰੀ ਹੋਏ ਸੋ ਨਾਸ਼ਾ, ਕਾਲ ਨੇ ਇਸ ਆਕਾਸ਼ ਦਾ ਵੀ ਨਾਸ਼ ਕਰ ਦੇਣਾ। ਕਾਲ ਦੇ ਸਾਹਮਣੇ ਇਹਦਾ ਵੀ ਨਾਸ਼ ਹੋ ਜਾਣਾ। ਸਮੇਂ ਨੇ ਇਹਨੂੰ ਵੀ ਸਮੇਟ ਲੈਣਾ। ਇਨ ਜੀਵਨ ਕਿਆ ਗਿਣਤੀ ਹੋਈ, ਜੇ ਇਹ ਸਭ ਕੁਝ ਸਿਮਟ ਜਾਣ ਵਾਲਾ ਹੈ ਤੇ ਹੇ ਗੁਰਸਿੱਖੋ, ਫਿਰ ਇਹਨਾਂ ਵਿਚਾਰੇ ਮਨੁੱਖਾਂ ਦੀ ਤਾਂ ਗਿਣਤੀ ਕੀ ਹੈ? ਇਹਨਾਂ ਸਰੀਰਾਂ ਦੀ ਤਾਂ, ਜੀਵ ਜਿਹੜੇ ਨੇ ਇਹਨਾਂ ਦੀ ਗਿਣਤੀ ਕੀ ਹੈ? ਗ੍ਰਸਿਓ ਕਾਲ ਕੋ ਹੈ ਸਭ ਕੋਈ, ਸਭ ਪਸਾਰਾ ਕਾਲ ਦਾ ਗਰਸਿਆ ਹੋਇਆ ਹੈ। ਰਹਿਨੋ ਸਥਿਰ ਕਿਨਹੂ ਨਾਈ, ਕਿਸੇ ਨੇ ਵੀ ਥਿਰ ਨਹੀਂ ਰਹਿਣਾ। ਆਏ ਸਮਾ ਸਭ ਹੀ ਬਿਨਸਾਈ, ਜਦੋਂ ਸਮਾਂ ਪਾਉਣਾ ਸਭ ਨੇ ਬਿਨਸਣਾ ਹੈ। ਅਤ ਸੂਖਮ ਤੇ ਸੂਖਮ ਕਾਲੂ, ਕਾਲ ਸੂਖਮ ਤੋਂ ਵੀ ਸੂਖਮ ਹੈ, ਸੂਖਸ਼ਮ ਤੋਂ ਵੀ ਸੂਖਸ਼ਮ ਹੈ। ਅਤ ਵਿਸ਼ਾਲ ਤੇ ਮਹਾ ਵਿਸ਼ਾਲੂ, ਫਿਰ ਵਿਸ਼ਾਲ ਤੋਂ ਵਿਸ਼ਾਲ ਵੀ ਆ ਤੇ ਸੂਖਮ ਤੋਂ ਸੂਖਮ ਵੀ ਆ ਕਾਲ ਦਾ ਵਰਤਾਰਾ। ਕਰੇ ਊਚ ਤੇ ਜੋ ਅਤ ਨੀਚੂ, ਜਿਹੜਾ ਕਾਲ ਹੈ ਨਾ ਸਮਾਂ, ਇਹ ਸਮਾਂ ਉੱਚਿਆਂ ਨੂੰ ਨੀਵੇਂ ਵੀ ਕਰ ਦਿੰਦਾ ਹੈ। ਇਹ ਸਮਾਂ ਹੀ ਕਰਦਾ ਨਾ। ਜਿਹੜੇ ਬੜੇ ਬੜੇ ਉੱਚੇ ਹੁੰਦੇ ਆਪਣੇ ਆਪ ਨੂੰ ਕਹਿੰਦੇ ਸਾਡੇ ਵਰਗਾ ਕੌਣ? ਸਮਾਂ ਆਉਂਦਾ, ਉਹ ਸਮਾਂ ਹੀ ਉਹਨਾਂ ਉੱਚਿਆਂ ਨੂੰ ਨੀਵਾਂ ਬਣਾ ਦਿੰਦਾ। ਬਣਾਉਂਦਾ ਕਿ ਨਹੀਂ ਬਣਾਉਂਦਾ? ਸਾਡੀਆਂ ਅੱਖਾਂ ਦੇ ਸਾਹਮਣੇ ਕਿੰਨੇ ਉੱਚੇ ਨੀਵੇਂ ਹੋਏ। ਹਾਂਜੀ, ਨੀਚੇ ਥਪੇ ਊਚ ਖਿਨ ਬੀਚੂ, ਇਹ ਕਾਲ ਹੀ ਹੈ, ਸਮਾਂ ਹੀ ਹੈ ਜਿਹੜਾ ਨੀਵਿਆਂ ਨੂੰ ਉੱਚਿਆਂ ਵੀ ਕਰ ਦਿੰਦਾ ਹੈ। ਕਿਤਨੇ ਨੀਵੇਂ ਜਿਹੜੇ ਉੱਚੇ ਹੋ ਗਏ। ਰਾਈ ਮੇਰੂ ਮੇਰੂ ਤੇ ਰਾਈ, ਇਹ ਕਾਲ ਸਮਾਂ ਹੀ ਹੈ ਜਿਹੜਾ ਰਾਈ ਨੂੰ ਸੁਮੇਰ ਤੇ ਸੁਮੇਰ ਨੂੰ ਰਾਈ ਕਰਦਿਆਂ ਦੇਰੀ ਨਹੀਂ ਲਾਉਂਦਾ। ਬਸੇ ਉਜਾਰੇ ਉਜਰ ਬਸਾਈ, ਵਸਦਿਆਂ ਨੂੰ ਉਜਾੜ ਦਿੰਦਾ ਤੇ ਉਜੜਿਆਂ ਹੋਇਆਂ ਨੂੰ ਵਸਾ ਦਿੰਦਾ ਹੈ। ਮਹਾਬਲੀ ਚਾਹੇ ਸੋ ਕਰਈ, ਇਹ ਕਾਲ ਬੜਾ ਬਲੀ ਆ, ਮਹਾਬਲੀ ਆ, ਜੋ ਚਾਹੇ ਮਰਜ਼ੀ ਕਰ ਸਕਦਾ ਹੈ। ਇਸ ਆਗੇ ਕੋ ਧੀਰ ਨ ਤਰਈ, ਇਸ ਕਾਲ ਦੇ ਸਾਹਮਣੇ ਕੋਈ ਵੀ ਧੀਰਜ ਨਹੀਂ ਰੱਖ ਕੇ ਖਲੋ ਸਕਦਾ। ਤਨੁਖ ਅਭਾਵ ਹਾਥ ਹੈ ਜਾਂ ਕੇ, ਕਹਿੰਦੇ ਜਿਹੜਾ ਇਹ ਕਾਲ ਹੈ ਨਾ, ਇਹਦੇ ਹੱਥ ਵਿੱਚ ਅਭਾਵ ਰੂਪੀ ਧਨੁਖ ਹੈ। ਅਭਾਵ ਜਿਹੜਾ ਹੈ ਨਹੀਂ, ਉਹ ਕਮਾਨ ਹੈ ਇਹਦੇ ਹੱਥ ਵਿੱਚ। ਹਾਂਜੀ, ਰਾਗ ਅਰ ਦ્વੈਕ ਬਾਣ ਵੱਡ ਤਾਂ ਕੇ, ਔਰ ਉਹਦੇ ਵਿੱਚ ਰਾਗ ਤੇ ਦ્વੈਸ਼ ਦੇ ਦੋ ਬਾਣ ਨੇ ਇਹਦੇ ਕੋਲ। ਛੈ ਕਰ ਜਗ ਉਪਜਾਵੇ ਸੋ, ਉਹ ਛੈ ਕਰਕੇ ਸਾਰੇ ਜਗਤ ਨੂੰ ਪੈਦਾ ਕਰ ਦਿੰਦਾ ਹੈ। ਸਿਸਲੀ ਲਾਜੋਂ ਦੇਖ ਨ ਕੋ, ਕਹਿੰਦੇ ਜਿਵੇਂ ਬੱਚੇ ਦੀ ਨਹੀਂ ਕੋਈ ਖੇਡ ਜੀ ਹੁੰਦੀ, ਬੱਚਾ ਨਿੱਕਾ ਜਿਹਾ ਕਮਰਾ ਜਿਹਾ ਬਣਾ ਦਿੰਦਾ ਮਿੱਟੀ ਦਾ, ਰੇਤ ਦਾ, ਫਿਰ ਢਾ ਦਿੰਦਾ। ਬੱਚੇ ਦੀ ਖੇਡ ਨੂੰ ਕਿਹੜਾ ਕੋਈ ਵੇਖਦਾ ਧਿਆਨ ਨਾਲ? ਕਹਿੰਦੇ ਇਦਾਂ ਹੀ ਇਹ ਕਾਲ ਦੀ ਖੇਡ ਹੈ ਸੰਸਾਰ। ਸੂਰਜ ਚੰਦ ਗੋਏ ਕਰ ਹਾਥੇ, ਕਹਿੰਦੇ ਸੂਰਜ ਤੇ ਚੰਦਰਮਾ ਕਾਲ ਨੇ ਆਪਣੇ ਹੱਥ ਨਾਲ ਗੋ ਕੇ ਨਾ ਮਿੱਟੀ ਜੀ ਦੇ ਭੇਲੇ ਜੇ ਦੇ ਇੱਕ ਜਗ੍ਹਾ ਤੇ ਸੂਰਜ ਰਚ ਦਿੱਤਾ, ਇੱਕ ਤੇ ਚੰਦਰਮਾ ਰਚ ਦਿੱਤਾ। ਖੇਲੇ ਨਿਤ ਉਛਾਰ ਤਿੰਨ ਸਾਥੇ, ਸੂਰਜ ਤੇ ਚੰਦਰਮਾ ਨੂੰ ਆਪਣੇ ਦੋਨਾਂ ਹੱਥਾਂ ਵਿੱਚ ਫੜ ਕੇ ਰਾਤ ਦਿਨ ਦਾ ਫਰਕ ਬਣਾ ਕੇ ਖੇਡੀ ਜਾਂਦਾ ਕਾਲ।
ਆਖੋ ਸਤਨਾਮ। ਸ੍ਰੀ ਵਾਹਿਗੁਰੂ। ਪਾਤਸ਼ਾਹ ਬੜਾ ਸੂਖਮ ਭੇਦ ਦੱਸਦੇ ਨੇ ਕਾਲ ਦਾ। ਕਹਿੰਦੇ ਕਾਲ ਨੇ ਸੂਰਜ ਤੇ ਚੰਦਰਮਾ ਨੂੰ ਗੋ ਕੇ ਨਾ ਦੋ ਗੋਲ ਗੋਲ ਜੇ ਬਣਾ ਕੇ ਗੇਂਦਾਂ ਜੀਆਂ ਵਾਂਗੂ, ਕਹਿੰਦੇ ਇਹਨਾਂ ਨਾਲ ਖੇਡੀ ਜਾਂਦਾ ਕਾਲ। ਉਹਨੂੰ ਘੁਮਾਈ ਜਾਂਦਾ ਤੇ ਦਿਨ ਆ ਜਾਂਦਾ, ਤੇ ਕਦੇ ਚੰਦਰਮਾ ਆ ਜੇ ਤੇ ਰਾਤ ਆ ਜਾਂਦੀ ਹੈ। ਏਦਾਂ ਰਾਤ ਤੇ ਦਿਨ ਦਾ ਸਮਾਂ ਬਣਾ ਕੇ ਕਾਲ ਸੰਸਾਰ ਨੂੰ ਖੜਾ ਰਿਹਾ ਹੈ। ਬ੍ਰਹਮ ਉਦੰਬਰ ਬਿਰਖ ਸਮਾਨਾ। ਏਦਾਂ ਕਹਿ ਲੋ ਵੀ ਜਿਹੜਾ ਬ੍ਰਹਮ ਹੈ ਨਾ, ਉਹ ਗੁੱਲਰ ਦਾ ਦਰਖਤ ਹੈ। ਇੱਕ ਗੁੱਲਰ ਦਾ ਬੂਟਾ ਹੁੰਦਾ ਹੈ, ਕਹਿੰਦੇ ਉਹ ਗੁੱਲਰ ਦੇ ਦਰਖਤ ਵਾਂਗੂ ਹੈ ਵਿਸ਼ਾਲ। ਫਲ ਅਨੇਕ ਬ੍ਰਹਮੰਡ ਪ੍ਰਮਾਨਾ। ਹੁਣ ਉਸ ਗੁੱਲਰ ਨੂੰ ਨਿੱਕੀਆਂ ਨਿੱਕੀਆਂ ਗੋਲਾਂ ਜੀਆਂ ਲੱਗੀਆਂ ਹੁੰਦੀਆਂ ਅਨੇਕਾਂ ਹੀ। ਕਹਿੰਦੇ ਪ੍ਰਮਾਤਮਾ ਜਿਹੜਾ ਹੈ ਨਾ, ਉਹ ਗੁੱਲਰ ਦਾ ਦਰਖਤ ਹੈ। ਉਹ ਰਾਹ ਜਿਹੜੇ ਬ੍ਰਹਿਮੰਡ ਨੇ, ਇੱਕ ਬ੍ਰਹਿਮੰਡ ਆ ਜਿਹਦੇ 'ਚ ਅਸੀਂ ਰਹਿ ਰਹੇ, ਇਹਦੇ ਵਰਗੇ ਕਰੋੜਾਂ ਬ੍ਰਹਿਮੰਡ ਨੇ। ਇਹ ਕਰੋੜਾਂ ਬ੍ਰਹਿਮੰਡ ਗੋਲਾਂ ਵਾਂਗੂ ਉਸ ਬ੍ਰਹਮ ਨੂੰ ਲੱਗੀਆਂ ਹੋਈਆਂ ਨੇ ਚਾਰੇ ਪਾਸੇ। ਏਡਾ ਵੱਡਾ ਉਹਦਾ ਵਿਸਥਾਰ ਹੈ। ਭਖਤ ਕਾਲ ਨਾ ਤ੍ਰਿਪਤੇ ਕੈਸੇ। ਇਹ ਕਾਲ ਉਹ ਜਿੰਨੀਆਂ ਗੁੱਲਰ ਦੀਆਂ ਉਹ ਗੋਲਾਂ ਹੁੰਦੀਆਂ ਨੇ, ਉਹਨਾਂ ਨੂੰ ਖਾਈ ਜਾਂਦਾ, ਨਵੀਆਂ ਹੋਰ ਪੈਦਾ ਹੁੰਦੀਆਂ, ਉਹ ਖਾਈ ਜਾਂਦਾ, ਖਾ ਖਾ ਕੇ ਰੱਜਦਾ ਨਹੀਂ ਹੈ। ਕਿੰਨੇ ਬ੍ਰਹਮੰਡੇ ਨੇ ਭਖ ਲਏ, ਕਿੰਨੀਆਂ ਧਰਤੀਆਂ ਨੇ ਖਾ ਲਈਆਂ। ਕ੍ਰਿਤ ਆਹੂਤੀ ਪਾਵਕ ਜੈਸੇ। ਰੱਜਦਾ ਨਹੀਂ ਹੈ। ਕਿਵੇਂ ਨਹੀਂ ਰੱਜਦਾ? ਜਿਵੇਂ ਅੱਗ ਦੇ ਵਿੱਚ ਘਿਓ ਪਾਈ ਜਾਈਏ ਤੇ ਅੱਗ ਰੱਜਦੀ ਹੈ ਭਲਾ? ਕਹਿੰਦੇ ਏਦਾਂ ਇਹ ਖਾਲ ਖਾਈ ਜਾਂਦਾ, ਨਵੇਂ ਬਣੀ ਜਾਂਦੇ ਨੇ, ਹੋਰ ਖਾਈ ਜਾਂਦਾ, ਭੱਖੀ ਜਾਂਦਾ। ਕਹਿੰਦੇ ਇਸੇ ਤਰ੍ਹਾਂ ਇਹ ਕਾਲ ਵੀ ਨਹੀਂ ਰੱਜਦਾ। ਮੂਰਤ ਬਿਦਤ ਨਾ ਪਰੇ ਪਛਾਨੀ। ਹੁਣ ਜੇ ਕੋਈ ਆਖੇ ਵੀ ਕਾਲ ਦੀ ਸ਼ਕਲ ਵੇਖਣੀ ਹੈ, ਉਹ ਨਹੀਂ ਦਿਸਦੀ। ਆਖੋ ਸਤਨਾਮ। ਸ੍ਰੀ ਵਾਹਿਗੁਰੂ। ਉਹਦਾ ਬਣਾਈ ਹੁੰਦੀ ਆ ਸ਼ਮਸ਼ਾਨ ਭੂਮੀਆਂ 'ਚ ਜਾਓ ਨਾ, ਕਿਤੇ ਮੜੀਆਂ 'ਚ ਬਣਾਇਆ ਹੁੰਦਾ ਵਿਕਰਾਲ ਜਿਹਾ ਰੂਪ ਉਹਦਾ, ਜੀਵ ਜੀ ਬਾਹਰ ਕੱਢ ਕੇ, ਪਰ ਅਸਲ 'ਚ ਕਾਲ ਦੀ ਮੂਰਤ ਕੋਈ ਨਹੀਂ। ਕਾਲ ਦਾ ਮਤਲਬ ਸਮਾਂ। ਹੁਣ ਸਮੇਂ ਦੀ ਕੀ ਮੂਰਤ ਬਣਾਓਗੇ ਤੁਸੀਂ? ਇਹ ਇਸੇ ਤਰ੍ਹਾਂ ਹੈ। ਕਹਿੰਦੇ ਇਹਦੀ ਕੋਈ ਮੂਰਤ ਨਹੀਂ। ਘਟੀ ਮਾਸ ਬਰਖੇ ਤੇ ਜਾਨੀ। ਹੁਣ ਇਹਦਾ ਪਤਾ ਕਿਵੇਂ ਲੱਗਦਾ? ਮੂਰਤ ਤਾਂ ਹੈ ਨਹੀਂ ਇਹਦੀ। ਕਹਿੰਦੇ ਇਹਦਾ ਪਤਾ ਇਦਾਂ ਲੱਗਦਾ ਵੀ ਹੁਣ 24 ਮਿੰਟਾਂ ਦੀ ਘੜੀ ਬੀਤ ਗਈ ਹੈ, ਹੁਣ 2 ਘੜੀਆਂ ਦਾ ਮੂਹਰਤ ਬੀਤ ਗਿਆ, ਹੁਣ 1 ਪਹਿਰ ਬੀਤ ਗਿਆ, ਹੁਣ 5 ਵੱਜ ਗਏ ਨੇ, 7 ਵੱਜ ਗਏ ਨੇ। ਕਹਿੰਦੇ ਇਦਾਂ ਪਤਾ ਲੱਗਦਾ। ਇਹਦਾ ਉਦਾਂ ਸ਼ਕਲ ਸੂਰਤ ਕੋਈ ਨਹੀਂ ਇਹਦੀ। ਹਾਂਜੀ। ਜੀਵਰ ਕਾਲ ਕਿਰਿਆ ਜੈ ਜਾਲਾ। ਕਹਿੰਦੇ ਇਹ ਜੀਵਰ ਕਾਲ ਹੈ, ਕਾਲ ਜੀਵਰ ਹੈ, ਔਰ ਉਹਦੀ ਜਿਹੜੀ ਕਿਰਿਆ ਉਹ ਜਾਲ ਹੈ। ਫਸੇ ਜੀਵ ਤਿਸ ਮਾਏ ਬਿਸਾਲਾ। ਉਹ ਜਿਹੜੇ ਜੀਵ ਨੇ ਉਹ ਮੱਛੀਆਂ ਬਣ ਕੇ ਕਾਲ ਦੇ ਜਾਲ ਦੇ ਵਿੱਚ ਫਸੇ ਹੋਏ ਨੇ। ਛੂਟਨ ਹੋਏ ਨਾ ਸੇਕੈ ਭਾਂਤੀ। ਉਸ ਕਾਲ ਦੇ ਜਾਲ ਵਿੱਚੋਂ ਇਹ ਛੁੱਟਦੇ ਨਹੀਂ ਜੀਵ ਕਿਸੇ ਪ੍ਰਕਾਰ ਨਾਲ। ਦੁੱਖ ਮੈਂ ਪਚੇ ਨਾ ਪਾਵੇਂ ਸ਼ਾਂਤੀ। ਦੁੱਖ ਦੇ ਵਿੱਚ ਹੀ ਪਚੇ ਰਹਿੰਦੇ ਨੇ, ਇਹਨਾਂ ਨੂੰ ਸ਼ਾਂਤੀ ਤੇ ਟਿਕਾ ਨਹੀਂ ਮਿਲਦਾ। ਚੇਤਕ ਹੈ ਪਰ ਪੰਜ ਪਸਾਰਾ। ਗੁਰਮੁਖੋ ਪਿਆਰਿਓ, ਆ ਜਿੰਨਾ ਵੀ ਪਰਪੰਚ ਦਾ ਪਸਾਰ ਹੈ। ਪਰਪੰਚ ਕਿਸ ਨੂੰ ਕਹਿੰਦੇ ਨੇ? ਜਿਹੜਾ ਠੱਗਣ ਵਾਸਤੇ ਬਣਾਇਆ ਹੋਵੇ ਉਹਨੂੰ ਕਹਿੰਦੇ ਆ ਵੇਖੋ ਕਿਵੇਂ ਪਰਪੰਚ ਰਚੀ ਫਿਰਦਾ। ਕਹਿ ਦਿੰਦੇ ਨਾ ਆਪਾਂ ਫਲਾਣੇ ਨੇ ਬੜਾ ਪਰਪੰਚ ਰਚਿਆ। ਪਰਪੰਚ ਦਾ ਮਤਲਬ ਠੱਗੀ ਕਰਨ ਵਾਸਤੇ ਜਿਹੜਾ ਤਰੀਕਾ ਜਿਹਾ ਬਣਾਇਆ। ਆ ਜਿਹੜਾ ਸੰਸਾਰ ਹੈ, ਗੁਰੂ ਨਾਨਕ ਸਾਹਿਬ ਕਹਿੰਦੇ ਪਰਮੇਸ਼ਰ ਦੀ ਪ੍ਰਬਲ ਮਾਇਆ ਨੇ ਪਰਪੰਚ ਰਚਿਆ, ਜੀਵਾਂ ਨੂੰ ਠੱਗਣ ਵਾਸਤੇ ਬਣਾਇਆ ਹੋਇਆ ਹੈ। ਕਈ ਵਾਰ ਕੀਏ ਕਾਲ ਆਹਾਰਾ। ਇਹ ਜਿਹੜਾ ਪਰਪੰਚ ਹੈ, ਕਾਲ ਨੇ ਕਈ ਵਾਰੀ ਖਾਧਾ, ਕਈ ਵਾਰੀ ਖਾਧਾ ਤੇ ਕਈ ਵਾਰੀ ਬਣਿਆ, ਇੱਕ ਵਾਰੀ ਨਹੀਂ। ਕਈ ਵਾਰ ਪਸਰਿਓ ਪਸਾਰ। ਇਹ ਪਸਾਰਾ ਇੱਕ ਵਾਰੀ ਨਹੀਂ ਪਸਰਿਆ ਖਾਲਸਾ ਜੀ। ਇਹ ਪਸਾਰਾ ਪ੍ਰਮਾਤਮਾ ਨੇ ਕਈ ਵਾਰੀ ਪਸਾਰਿਆ। ਕਈ ਵਾਰੀ ਕਾਲ ਨੇ ਖਾਧਾ ਭਖਿਆ ਤੇ ਕਈ ਵਾਰੀ ਇਹ ਬਣਿਆ। ਬੋਰੋ ਰਚੇ ਸੁਖੈਨ ਸਵਰ ਕੈ। ਇੱਕ ਵਾਰੀ ਕਾਲ ਜਦੋਂ ਸਭ ਕੁਝ ਖਾ ਜਾਂਦਾ ਨਾ, ਭਖ ਜਾਂਦਾ, ਤੇ ਫਿਰ ਕਈ ਵਾਰੀ ਫਿਰ ਰਚਦਾ, ਫਿਰ ਚੰਗੀ ਤਰ੍ਹਾਂ ਢਾ ਕੇ ਦੁਬਾਰਾ ਸੋਹਣੇ ਤਰੀਕੇ ਨਾਲ ਬਣਾਉਂਦਾ। ਇਹ ਫਿਰ ਵਿਗੜਦਾ ਸਾਰਾ ਪਸਾਰਾ। ਲੋਕ ਵਿਗੜਦੇ, ਜੀਵ ਵਿਗੜਦੇ। ਕਹਿੰਦੇ ਜਦੋਂ ਪੂਰਨ ਤੌਰ ਤੇ ਵਿਗੜ ਜਾਂਦੇ, ਫਿਰ ਕਾਲ ਸਾਰਾ ਕੁਝ ਹੀ ਸਮੇਟ ਲੈਂਦਾ, ਪਰਲੇ ਜੀ ਲਿਆਉਂਦਾ। ਕਦੇ ਪਾਣੀ ਦੀ ਆ ਗਈ, ਕਦੇ ਅੱਗ ਦੀ ਆ ਗਈ, ਕਦੇ ਮਹਾਂ ਪਰਲਾ, ਉਹ ਸਭ ਕੁਝ ਸਮੇਟ ਲੈਂਦਾ। ਦੁਬਾਰਾ ਫਿਰ ਸੋਹਣੇ ਜਿਹੇ ਢੰਗ ਨਾਲ ਕਹਿੰਦਾ ਹੁਣ ਫਿਰ ਸਵਾਰੀਏ। ਫਿਰ ਵਿਗੜਦੇ ਨੇ, ਫਿਰ ਢਾ ਲੈਂਦਾ। ਏਦਾਂ ਸਾਡਾ ਇੱਕ ਸਿੰਘ ਆ, ਉਹ ਕਹਿੰਦਾ ਗਿਆਨੀ ਜੀ ਦੁਨੀਆ ਨਾ ਇੰਨੀ ਵਿਗੜ ਗਈ, ਹੁਣ ਢਾ ਕੇ ਦੁਬਾਰਾ ਨਵੇਂ ਸਿਰਿਓਂ ਬਣਾਉਣ ਵਾਲੀ ਹੋ ਗਈ ਹੈ। ਤੇ ਪ੍ਰਮਾਤਮਾ ਦੀ ਖੇਡ ਇਸੇ ਤਰ੍ਹਾਂ ਦੀ ਹੈ। ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ, ਉਹਦਾ ਜਿਹੜਾ ਕਾਲ ਸ਼ਕਤੀ ਉਸੇ ਪਰਮੇਸ਼ਰ ਦੀ ਸ਼ਕਤੀ ਹੈ ਨਾ। ਇਹ ਕਹਿੰਦੇ ਇਹ ਕਈ ਵਾਰੀ ਖਾ ਜਾਂਦੀ ਹੈ ਪ੍ਰਕਿਰਤੀ ਨੂੰ, ਪਸਵਾਰੇ ਨੂੰ, ਫਿਰ ਕਈ ਵਾਰੀ ਸੁਖੈਨ ਹੀ ਸਵਾਰ ਦਿੰਦੀ ਹੈ, ਬਣਾ ਦਿੰਦੀ ਹੈ।
द्रोहन बिशन शिव निज तन तर के ਕਹਿੰਦੇ ਬੜੇ ਬੜੇ ਬ੍ਰਹਮਾ ਵਿਸ਼ਨੂੰ ਸ਼ਿਵ ਆਦਿਕ ਤਨ ਧਾਰਨ ਕਰਕੇ अंतर ध्यान करे पुन ताई ਕਈ ਵੇਰੀ ਬਣਦੇ ਨੇ, ਕਈ ਵੇਰੀ ਫੇਰ ਅੰਤਰ ਧਿਆਨ ਹੋ ਜਾਂਦੇ ਨੇ, ਕਾਲ ਹੀ ਇਹਨਾਂ ਨੂੰ ਸਮੇਟ ਲੈਂਦਾ ਹੈ। ग्रसे सकल को तजे न काई ਇਹ ਭਾਈ ਇਹ ਕਾਲ ਸਭ ਨੂੰ ਗਰਸ ਲੈਣ ਵਾਲਾ ਹੈ, ਇਹਨੇ ਕਿਸੇ ਨੂੰ ਨਹੀਂ ਤਜਣਾ ਨਹੀਂ ਛੱਡਣਾ। बिन करुणा ते क्रूर विशाला ਔਰ ਇਹ ਕਾਲ ਦੇ ਅੰਦਰ ਰਹਿਮ ਕੋਈ ਨਹੀਂ, ਇਹਦੇ ਅੰਦਰ ਕਰੁਣਾ ਨਹੀਂ, ਬੜਾ ਕਰੂਰ ਹੈ, ਇਹਨੇ ਨਹੀਂ ਜੇ ਕਿਸੇ ਨੂੰ ਛੱਡਣਾ। ਮਹਾਰਾਜ ਜੀ ਦੇ ਭਗਤ ਜੀ ਦੇ ਬਚਨ ਨੇ ਨਾ, ਜਨਨੀ ਜਾਣਤ ਸੁਧ ਬੜਾ ਹੋਤਾ ਇਤਨਾ ਕੋ ਨਾ ਜਾਣੈ, ਜੇ ਦਿਨ ਦਿਨ ਅਵਧ ਘਟਤ ਹੈ ਮੋਰ ਬੋਰ ਕਰ ਅਦਕ ਲਾੜ ਧਰ ਪੇਖਤ ਹੀ ਜਮ ਰਾਉ ਹਸੈ, ਐਸਾ ਤੈ ਜਗ ਭਰਮ ਲਾਇਆ ਕੈਸੇ ਬੂਝੈ ਜਬ ਮੋਇਆ ਹੈ ਮਾਇਆ। ਦੂੜਾ ਆਇਓ ਜਮ ਹੈ ਤਣਾ ਤਨ ਆਗ ਲੜੈ ਮੈਂ ਰਹਿਣ ਨਾ ਜਾਈ, ਕੋਈ ਕੋਈ ਸਾਜਨ ਆਏ ਕਹੈ। ਇਹਦੇ ਅੱਗੇ ਤਾਂ ਕਿਸੇ ਦਾ ਜੋਰ ਨਹੀਂ ਚੱਲਣਾ। ਕਰਨ ਵਰਗੇ ਮਹਾਬਲੀ ਇਹਨੇ ਉਹਨਾਂ ਨੂੰ ਵੀ ਭੱਖ ਲਿਆ, ਖਾ ਲਿਆ। ਇਹਦੇ ਅੰਦਰ ਰਹਿਮ ਨਹੀਂ ਹੈ, ਇਹਦੇ ਅੰਦਰ ਦਇਆ ਨਹੀਂ ਹੈ। मृग ब्रह्मांड केहरी काला ਜਾਂ ਏਦਾਂ ਕਹਿ ਲੋ ਵੀ ਆ ਜਿਹੜਾ ਬ੍ਰਹਮੰਡ ਹੈ ਇਹ ਹੈ ਹਿਰਨ, ਤੇ ਜਿਹੜਾ ਕਾਲ ਹੈ ਸ਼ੇਰ ਹੈ। ਤੇ ਸ਼ੇਰ ਦੇ ਮਨ 'ਚ ਹਿਰਨ ਨੂੰ ਵੇਖ ਕੇ ਰਹਿਮ ਆਉਂਦਾ ਭਲਾ? ਉਹਦੇ ਮਨ 'ਚ ਕਿਤੇ ਤਰਸ ਆਉਂਦਾ ਵੀ ਮੈਂ ਹਿਰਨ ਹੈ ਵਿਚਾਰਾ, ਇਹਨੂੰ ਨਾ ਛੱਡ, ਇਹਨੂੰ ਛੱਡ ਦਿਆਂ? ਕਹਿੰਦੇ ਇਹ ਧਰਤੀ ਇਹ ਬ੍ਰਹਮੰਡ ਹਿਰਨ ਹੈ ਔਰ ਕਾਲ ਸ਼ੇਰ ਹੈ। दोहरा कमल फूल अद्भुत आहे बचियो ताए ते सोए ਕਹਿੰਦੇ ਇੱਕ ਕਮਲ ਦਾ ਫੁੱਲ ਹੁੰਦਾ ਹੈ, ਉਹ ਰਹਿੰਦਾ ਪਾਣੀ 'ਚ ਹੈ, ਪਰ ਪਾਣੀ ਦੇ ਵਿੱਚੋਂ ਵੱਖਰਾ ਹੋ ਕੇ ਨਿਰਲੇਪ ਰਹਿੰਦਾ ਹੈ। ਇਹ ਅਦਭੁਤ ਖੇਡ ਹੈ ਕਮਲ ਦੀ। ਪੈਦਾ ਕਾਲ ਉਹ ਪਾਣੀ ਵਿੱਚੋਂ ਹੀ ਹੁੰਦਾ, ਚਿੱਕੜ 'ਚੋਂ ਹੀ, ਪਰ ਉਹਦੇ 'ਚੋਂ ਨਿਰਲੇਪ ਹੋ ਕੇ ਰਹਿੰਦਾ। ਹਾਂਜੀ। न समीप तै जावई रहो बिना बल होए ਇਸੇ ਤਰ੍ਹਾਂ ਇਸ ਕਾਲ ਵਾਲੇ ਇਸ ਪਸਾਰੇ ਵਿੱਚ ਜਿਹੜੇ ਬ੍ਰਹਮ ਗਿਆਨੀ ਨੇ ਉਹ ਪੈਦਾ ਤਾਂ ਇਹਦੇ ਵਿੱਚ ਹੀ ਹੋਏ ਨੇ, ਪਰ ਇਸ ਕਾਲ ਤੋਂ ਰਹਿਤ ਹੋ ਕੇ ਰਹਿੰਦੇ ਨੇ। ਜਿਹੜੇ ਬ੍ਰਹਮ ਵਿੱਚ ਜਾ ਕੇ ਅਭੇਦ ਹੋ ਜਾਂਦੇ ਨੇ, ਕਾਲ ਉਹਨਾਂ ਤੇ ਹਾਵੀ ਨਹੀਂ ਹੁੰਦਾ। ਜੀਵਤ ਪੇਖੇ ਜਿਨੇ ਹਰ ਹਰ ਧਿਆਇਆ, ਸਾਧ ਸੰਗ ਤਿਨੀ ਦਰਸ਼ਨ ਪਾਇਆ। ਉਹ ਇਸ ਕਾਲ ਤੋਂ ਰਹਿਤ ਹੋ ਜਾਂਦੇ ਹਨ। जो पई शांत मैत्री अंकुर तासु ਕਹਿੰਦੇ ਜਿਵੇਂ ਕਮਲ ਦੇ ਫੁੱਲ ਨੂੰ ਪੱਤੇ ਲੱਗੇ ਹੁੰਦੇ, ਅੰਕੁਰ ਲੱਗੇ ਹੁੰਦੇ ਨੇ, ਏਦਾਂ ਜਿਹੜੇ ਆਤਮ ਗਿਆਨੀ ਗੁਰਮੁਖ ਨੇ ਉਹਨਾਂ ਅੰਦਰ ਸ਼ਾਂਤੀ, ਕਰੁਣਾ, ਮੈਤਰੀ, ਇਹ ਜਿੰਨੇ ਸ਼ੁਭ ਗੁਣ ਨੇ ਇਹ ਅੰਕੁਰ ਦੇ ਸਮਾਨ ਉਹਨਾਂ ਦੇ ਅੰਦਰ ਹਨ। चेतनता मात्र प्रकाशु ਔਰ ਚੇਤਨਾ ਮਾਤਰ ਪ੍ਰਕਾਸ਼ ਹੈ। इसमें काल लीन होए जावे ਇਹਦੇ ਵਿੱਚ ਕਾਲ ਲੀਨ ਹੋ ਜਾਂਦਾ ਹੈ। ਜਿਹੜੇ ਬ੍ਰਹਮ ਗਿਆਨੀ ਨੂੰ ਨਾ ਵਿੱਚ ਕਾਲ ਬਲੀਨ ਹੋ ਜਾਂਦਾ ਹੈ। ਤੈਂ ਤਜ ਅਪਰ ਸਰਬ ਕੋ ਖਾਵੇ ਕੇਵਲ ਬ੍ਰਹਮ ਗਿਆਨੀਆਂ ਨੂੰ ਛੱਡ ਕੇ, ਆਤਮ ਗਿਆਨੀਆਂ ਨੂੰ ਛੱਡ ਕੇ ਕਾਲ ਬਾਕੀ ਸਾਰਿਆਂ ਨੂੰ ਹੀ ਖਾ ਜਾਂਦਾ ਹੈ। ਇਹ ਕਾਲ ਕਬੀਰ ਜੀ ਦੇ ਸਮੇਂ ਕਿੰਨੇ ਰਾਜੇ ਬਾਦਸ਼ਾਹ ਹੋਣਗੇ, ਖਾ ਗਿਆ ਸਾਰਿਆਂ ਨੂੰ, ਪਰ ਉਹ ਕਾਲ ਕਬੀਰ ਜੀ ਨੂੰ ਖਾ ਸਕਿਆ? ਆਖੋ ਸਤਿਨਾਮ। ਸ੍ਰੀ ਵਾਹਿਗੁਰੂ। ਕਬੀਰ ਦੇ ਸਮੇਂ ਕਬੀਰ ਜੀ ਦੇ ਕਿੰਨੇ ਹੋਣਗੇ ਉਦੋਂ, ਕਿੰਨੇ ਜਿਨ੍ਹਾਂ ਦਾ ਨਾਂ ਚੱਲਦਾ ਹੋਵੇਗਾ, ਡੰਕਾ ਚੱਲਦਾ ਹੋਵੇਗਾ, ਜਿਨ੍ਹਾਂ ਦੇ ਨਿਸ਼ਾਨ ਝੁੱਲਦੇ ਹੋਣਗੇ, ਜਿਨ੍ਹਾਂ ਦੇ ਅੱਗੇ ਪਿੱਛੇ ਫੌਜਾਂ ਹੋਣਗੀਆਂ। ਉਹਨਾਂ ਦਾ ਪਤਾ ਜੀ ਸਾਨੂੰ ਕਾਲ ਦੇ ਖਾ ਗਿਆ ਨਾ, ਉਹਨਾਂ ਨੂੰ ਸਭ ਨੂੰ ਸਮੇਟ ਗਿਆ। ਪਰ ਕਬੀਰ ਜੀ ਨੂੰ 500 550 ਸਾਲ ਹੋ ਗਏ, ਨਹੀਂ ਖਾ ਸਕੇ। ਅੱਜ ਵੀ ਉਸੇ ਤਰ੍ਹਾਂ ਨੇ, ਤੇ ਭਾਵੇਂ ਜਿੰਨਾ ਮਰਜ਼ੀ ਸਮਾਂ ਸੰਸਾਰ ਦਾ ਬੀਤ ਜੇ, ਕਬੀਰ ਜੀ ਦਾ ਨਾਮ ਉਜਾਗਰ ਹੀ ਰਹਿਣਾ, ਕਿਉਂਕਿ ਬ੍ਰਹਮ ਗਿਆਨੀਆਂ ਨੂੰ ਕਾਲ ਖਾ ਨਹੀਂ ਸਕਦਾ, ਉਹਨਾਂ ਨੂੰ ਆਪਣੇ ਵਿੱਚ ਸਮੇਟ ਨਹੀਂ ਸਕਦਾ। ਹਾਂਜੀ। ਤਾਂ ਤੇ ਸ਼ਬਦ ਕਰੋ ਅਭਿਆਸਾ ਇਸ ਕਰਕੇ ਗੁਰਸਿੱਖੋ ਸ਼ਬਦ ਮਰੋ ਫਿਰ ਜੀਵੋ ਸਾਧ ਹੀ, ਤਾਂ ਫਿਰ ਮਰਨ ਨਾ ਹੋਈ। ਸ਼ਬਦ ਦਾ ਅਭਿਆਸ ਕਰੋ। ਸਗਰੋ ਭੇਦ ਹੋਏ ਪ੍ਰਕਾਸ਼ਾ ਤੁਹਾਡੇ ਅੰਦਰ ਇਹ ਸਾਰੇ ਭੇਤ ਦਾ ਪ੍ਰਕਾਸ਼ ਹੋ ਜਾਵੇਗਾ ਜਦੋਂ ਸ਼ਬਦ ਅਭਿਆਸੋਗੇ। ਸੁਨ ਸਿੱਖੋ ਸਭ ਤਜੋ ਬਿਖਾਦਾ ਐ ਗੁਰਸਿੱਖੋ ਆ ਬਖਾਦ ਛੱਡੋ, ਆ ਵਿਰਾਗ ਛੱਡੋ, ਖੁਐ ਤਨ ਅਹੰ ਸਮਾਰੋ ਆਦਾ ਔਰ ਤਨ ਦੀ ਹੰਤਾ ਛੱਡ ਕੇ ਆਪਣੇ ਨਿਜ ਸਰੂਪ ਦੀ ਸੰਭਾਲ ਕਰੋ। ਜਗਤ ਅਸਾਰ ਸਾ
ਜਾਨ ਕਰ ਸਾਰੋ ਇਹ ਸਾਰਾ ਜਗਤ ਅਸਾਰ ਹੈ, ਨਸ਼ਵਰ ਜਾਣ ਲਵੋ। ਸਾਰ ਵਿਚਾਰ ਭਲੇ ਉਰ ਧਾਰੋ ਔਰ ਜਿਹੜੀ ਸ੍ਰੇਸ਼ਟ ਵਿਚਾਰ ਹੈ ਉਹਨੂੰ ਆਪਣੇ ਹਿਰਦੇ 'ਚ ਧਾਰਨ ਕਰੋ। ਮੋਖ ਸਦਨ ਕੀ ਏ ਤਨ ਸ਼੍ਰੇਣੀ ਮਹਾਰਾਜ ਜੀ ਕਹਿੰਦੇ ਮੁਕਤੀ ਦੀ ਸ਼੍ਰੇਣੀ ਹੈ ਇਹ ਸਰੀਰ। ਜਿਹੜਾ ਇਸ ਸਰੀਰ 'ਚ ਆ ਕੇ ਮੁਕਤ ਹੋ ਗਿਆ, ਜਿਹੜਾ ਇਹਦੇ ਵਿੱਚ ਆ ਕੇ ਵੀ ਮੁਕਤ ਨਹੀਂ ਹੋਇਆ ਉਹ ਫਿਰ ਮੁੜ ਕੇ ਮੁਕਤ ਨਹੀਂ ਹੋ ਸਕਦਾ। ਸਿਮਰੋ ਸਤ ਨਾਮ ਦਿਨ ਰੈਣੀ ਇਸ ਕਰਕੇ ਗੁਰਮਖੋ ਦਿਨ ਰਾਤ ਸਿਮਰਿਆ ਕਰੋ ਸਤ ਨਾਮ ਵਾਹਿਗੁਰੂ, 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 ਸਤ ਨਾਮ ਵਾਹਿਗੁਰੂ। ਦਿਨ ਰਾਤੀ ਇਸ ਪਾਵਨ ਅੰਮ੍ਰਿਤ ਨਾਮ ਦਾ ਸਿਮਰਨ ਕਰੋ। ਇਸ ਪ੍ਰਕਾਰ ਉਪਦੇਸ਼ ਕਨੇਰਾ ਏਦਾਂ ਸਤਿਗੁਰੂ ਜੀ ਬਹੁਤ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ ਸਿੱਖਾਂ ਨੂੰ। ਦੇ ਕਰ ਗੁਰ ਅਗਿਆਨ ਕਟੇਰਾ ਔਰ ਇਹ ਉਪਦੇਸ਼ ਦੇ ਕੇ ਆਪਣੇ ਸਿੱਖਾਂ ਦਾ ਅਗਿਆਨ ਕੱਟ ਰਹੇ ਹਨ। ਹੋਤ ਪਇਓ ਅਰਣੋਦੈ ਕਾਲਾ ਖਾਲਸਾ ਜੀ ਦਿਨ ਉਦੇ ਹੋਣ ਦਾ ਵੇਲਾ ਹੋ ਗਿਆ, ਅੰਮ੍ਰਿਤ ਵੇਲਾ ਹੋ ਗਿਆ। 10ਵੀਂ ਦਾ ਦਿਨ ਹੈ ਸੂਦੇ ਮਹੀਨੇ ਦਾ। ਨਿਕਸੇ ਤੈ ਚਿਨ ਵਹਿਰ ਕਿਰਪਾਲਾ ਪਾਤਸ਼ਾਹ ਜੀ ਧਰਮਸ਼ਾਲਾ ਚ ਬਾਹਰ ਆਏ ਹਨ। ਜੈ ਜੈਕਾਰ ਹੋਏ ਚੋਂ ਫੇਰੇ ਚਾਰੇ ਪਾਸੇ ਦੂਰ ਦੂਰ ਤੱਕ ਸੰਗਤਾਂ ਬੈਠੀਆਂ। ਜਦੋਂ ਪਾਤਸ਼ਾਹ ਨੇ ਆ ਕੇ ਬਾਹਰ ਦਰਸ਼ਨ ਦਿੱਤੇ ਸਭ ਦੀ ਰਸਨਾ ਤੇ ਜੈ ਜੈਕਾਰ ਦਾ ਨਾਦ ਹੈ। ਪੜੇ ਬੇਦ ਤੁਨ ਸ਼ਬਦ ਕਨੇਰੇ ਵੇਦ ਰੂਪ ਬਾਣੀ ਦਾ ਜਾਪ ਪੜਿਆ ਜਾ ਰਿਹਾ, ਗੁਰਬਾਣੀ ਦੇ ਸ਼ਬਦਾਂ ਦਾ ਕੀਰਤਨ ਹੋ ਰਿਹਾ ਹੈ। ਉਸ਼ਾ ਮ੍ਰਿਦੁਲ ਜੈ ਰੁਚਿਰ ਬਿਛੋਨਾ ਪਾਤਸ਼ਾਹ ਉਸ ਜਗ੍ਹਾ ਤੇ ਆਏ ਨੇ ਜਿੱਥੇ ਆਪਣੇ ਸਰੀਰ ਤਿਆਗਣ ਦੀ ਸਾਰੀ ਜਗ੍ਹਾ ਬਣਾਈ ਹੋਈ ਹੈ। ਕਹਾਂ ਜਾਏ ਪੋਡੇ ਗੁਰ ਪੌਨਾ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਆਪਣੇ ਆਸਣ ਤੇ ਆਏ ਜੋ ਗੁਣਾਂ ਦੇ ਭਵਨ ਹਨ। ਗੁਣਤ ਸੁਲਖਣੀ ਉਰੇਸ ਪਾਂਤੀ ਮਾਤਾ ਸੁਲੱਖਣੀ ਜੀ ਆਪਣੇ ਹਿਰਦੇ 'ਚ ਵਿਚਾਰ ਕਰਦੇ ਹਨ ਮਮ ਸੁਤ ਝੂਰੇਂਗੇ ਪਸਚਾਤੀ ਕਿ ਸਤਿਗੁਰੂ ਜੀ ਤਾਂ ਤਿਆਰੇ ਕਰ ਲਏ ਨੇ ਸੱਚਖੰਡ ਜਾਣ ਦੇ, ਮੇਰੇ ਪੁੱਤਰ ਝੁਰਦੇ ਰਹਿਣਗੇ ਬਾਅਦ ਵਿੱਚ, ਉਹਨਾਂ ਦੇ ਮਨਾਂ 'ਚ ਝੋਰਾ ਰਹੇਗਾ। ਮਿਲੇ ਨਯਾਨ ਜਨਕ ਕੇ ਤਾਈ ਆ ਕੇ ਪਿਤਾ ਜੀ ਨੂੰ ਨਹੀਂ ਮਿਲੇ, ਮਹਾਰਾਜ ਜੀ ਨੇ ਸੱਦਿਆ ਵੀ ਪਰ ਉਹ ਨਹੀਂ ਆਏ। ਤਨਕ ਪ੍ਰਤੀਤ ਨ ਤਿਨ ਕੋ ਆਈ ਉਹਨਾਂ ਦੇ ਮਨਾਂ 'ਚ ਇਹਨਾਂ ਤੇ ਪ੍ਰਤੀਤ ਨਹੀਂ ਆਉਂਦੀ। ਤਬ ਠਾਂਡੀ ਓਏ ਪ੍ਰਭੂ ਅਗਾਰੀ ਮਾਤਾ ਜੀ ਸਤਿਗੁਰਾਂ ਦੇ ਸਨਮੁਖ ਆ ਕੇ ਖਲੋਤੇ ਹੱਥ ਜੋੜ ਕੇ ਹੱਥ ਬੰਦੇ ਅਸ ਗਿਰਾ ਉਚਾਰੀ ਔਰ ਬੜੇ ਪਿਆਰ ਨਾਲ ਸਨਿਮਰ ਬੇਨਤੀ ਗੁਰਦੇਵ ਨੂੰ ਕੀਤੀ। ਅਬ ਕੇ ਪੁਨ ਨਿਜ ਤਾਤਨ ਤਾਈ ਮਹਾਰਾਜ ਜੀ ਆਪ ਜੀ ਨੇ ਤਿਆਰਾ ਕਰ ਲਿਆ ਹੈ ਸੱਚਖੰਡ ਜਾਣ ਦਾ, ਇੱਕ ਵਾਰ ਹੋਰ ਆਪਣੇ ਪੁੱਤਰਾਂ ਨੂੰ ਸੱਦਾ ਭੇਜ ਕੇ ਬੁਲਾ ਲਵੋ। ਪਠੋ ਬੁਲਾਏ ਪਾਸ ਗੋਸਾਈ ਏ ਗੋਸਾਈ ਇੱਕ ਵਾਰੀ ਆਪ ਜੀ ਆਪਣੇ ਸਾਹਿਬਜ਼ਾਦਿਆਂ ਨੂੰ ਆਪਣੇ ਕੋਲ ਸੱਦੋ ਹੋਰ। ਆਵੇਂਗੇ ਅਬ ਮਾਨੇ ਬੈਨਾ ਉਹ ਹੁਣ ਬਚਨ ਮੰਨ ਕੇ ਜ਼ਰੂਰ ਆਵਣਗੇ, ਪਹਿਲਾਂ 2 ਵਾਰੀ ਨਹੀਂ ਆਏ ਪਰ ਹੁਣ ਉਹ ਜ਼ਰੂਰ ਆਵਣਗੇ। ਛਿਮਾ ਛੇਤਰ ਤੁਮ ਸ਼੍ਰੀ ਗੁਰ ਐਨਾ ਮਹਾਰਾਜ ਜੀ ਤੁਸੀਂ ਛੇਵਾਂ ਦੇ ਘਰ ਹੋ, ਤੁਸੀਂ ਤਾਂ ਹਮੇਸ਼ਾ ਹੀ ਕਿਰਪਾ ਦੇ ਘਰ ਵਿੱਚ ਆ ਕੇ ਰੀਝਦੇ ਹੋ, ਕਿਰਪਾ ਕਰੋ ਆਪਣੇ ਬੱਚਿਆਂ ਨੂੰ ਬਖਸ਼ ਲਵੋ। ਨੀਕੀ ਬਾਤ ਮਿਲੇ ਇਸ ਕਾਲਾ ਹੁਣ ਚੰਗੀ ਬਾਤ ਹੈ ਜੇ ਆ ਕੇ ਇੱਕ ਵਾਰੀ ਆਪ ਜੀ ਨੂੰ ਮਿਲ ਲੈਣ। ਬਿਨੈ ਮਾਨੀਏ ਮੇਰੀ ਦਿਆਲਾ ਇਹ ਦਿਆਲੂ ਸਤਿਗੁਰੂ ਆਪ ਜੀ ਮੇਰੀ ਕਿਰਪਾ ਕਰਕੇ ਬੇਨਤੀ ਸਵੀਕਾਰ ਕਰ ਲਵੋ। ਦੇਖ ਦੀਨ ਬੇਦੀ ਕੁਲ ਮੋਰੰਗ ਵੇਖਿਆ ਬੇਦੀਆਂ ਦੀ ਕੁਲ ਦੇ ਟੀਕਾ ਸਤਿਗੁਰੂ ਜੀ ਨੇ ਮਾਤਾ ਸੁਲੱਖਣੀ ਨੂੰ ਦੀਨ ਹੋਇਆ। ਆ ਇਸ ਦੇ ਸਿੱਖ ਪਠਿਓ ਬਹੋਰੰਗ ਆਗਿਆ ਦੇ ਕੇ ਮਹਾਰਾਜ ਜੀ ਨੇ ਸਿੱਖ ਭੇਜਿਆ ਆਇਓ ਜਾਏ ਕੇ ਤਿੰਨ ਦੋਏ ਆਗੇ ਤੇ ਸਿੱਖ ਗਿਆ ਜਾ ਕੇ ਸਾਹਿਬਜ਼ਾਦਿਆਂ ਨੂੰ ਬੇਨਤੀ ਕੀਤੀ। ਨਿਸ਼ਚੇ ਗੁਰੂ ਸਮਾਵਨ ਲਾਗੇ ਆਖਿਆ ਬਾਬਾ ਜੀ ਹੁਣ ਤਾਂ ਸਤਿਗੁਰੂ ਜੀ ਵਾਕਈ ਸਮਾਨ ਲੱਗੇ ਨੇ, ਆਸਣ ਤੇ ਚਲੇ ਗਏ ਹਨ। ਜਿਹੜਾ ਆਸਣ ਉਹਨਾਂ ਨੇ ਸਰੀਰ ਤਿਆਗਣ ਦਾ ਬਣਾਇਆ ਮੁਕਰਰ ਕੀਤਾ ਉੱਥੇ ਚਲੇ ਗਏ ਹਨ। ਮਾਤਾ ਬਿਨਤੀ ਕੀਨ ਕਨੇਰੀ ਮਾਤਾ ਜੀ ਨੇ ਬਹੁਤ ਬੇਰੀ ਬੇਨਤੀ ਕੀਤੀ ਆ ਉਹਨਾਂ ਨੂੰ ਤੇ ਮਾਤਾ ਜੀ ਦੇ ਕਹਿਣ ਤੇ ਮੈਨੂੰ ਭੇਜਿਆ ਹੈ। ਮੁਝ ਤੁਮ ਪਾਸ
ਪਠਾਇਓ ਫੇਰੀ ਔਰ ਮੈਨੂੰ ਤੁਹਾਡੇ ਪਾਸ ਭੇਜਿਆ। ਮਾਤਾ ਜੀ ਨੇ ਆਖਿਆ ਹੈ ਰੰਚਕ ਔਰ ਬਿਲੰਬ ਨ ਕੋਈ ਇਸ ਕਰਕੇ ਹੁਣ ਥੋੜੀ ਜਿੰਨੀ ਵੀ ਦੇਰੀ ਨਾ ਕਰੋ। ਚਾਹੋ ਤਾਂ ਮਿਲੋ ਭਲੇ ਬਿਦ ਹੋਈ ਜੇ ਭਲਾ ਚਾਹੁੰਦੇ ਹੋ ਆਪਣਾ ਤੇ ਚੱਲ ਕੇ ਮਿਲ ਲਵੋ ਸਤਿਗੁਰਾਂ ਨੂੰ। ਸ੍ਰੀ ਚੰਦ ਪੁਨ ਲਖਮੀ ਦਾਸਾ ਬਾਬਾ ਸ਼੍ਰੀ ਚੰਦ ਜੀ ਔਰ ਬਾਬਾ ਲਖਮੀ ਦਾਸ ਜੀ ਨੇ ਮਾਤ ਬਾਤ ਸੁਨ ਭਏ ਉਦਾਸਾ ਜਦੋਂ ਮਾਤਾ ਜੀ ਦੇ ਬਾਰੇ ਵੀ ਸੁਣਿਆ ਵੀ ਮਾਤਾ ਜੀ ਨੇ ਵੀ ਇਹ ਗੱਲ ਕਹੀ ਹੈ, ਹੁਣ ਸੁਣ ਕੇ ਥੋੜੀ ਜੀ ਮਨ ਚ ਉਦਾਸੀ ਆਈ। ਤਛਿਨ ਉਠੇ ਤਜੇ ਅਨਮਤਾ ਔਰ ਉਸੇ ਵੇਲੇ ਮਨ ਦੇ ਸਾਰੇ ਮਤ ਛੱਡ ਕੇ ਦੋਨੋਂ ਸਾਹਿਬਜ਼ਾਦੇ ਉੱਠੇ। ਕਯੋ ਸਮਾਏ ਨ ਸਾਚੇ ਪਿਤਾ ਕਹਿੰਦੇ ਕਿਤੇ ਅਸੀਂ ਭੁਲੇਖੇ ਚ ਰਹਿ ਜਾਈਏ, ਸਤਿਗੁਰੂ ਜੀ ਪਿਤਾ ਜੀ ਸੱਚਮੁੱਚ ਹੀ ਨਾ ਸਮਾ ਜਾਣ। ਏਦਾਂ ਬਾਬਾ ਜੀ ਹੁਣੀ ਵਿਚਾਰ ਕਰਦੇ, ਕਹਿੰਦੇ ਕਿਤੇ ਸੱਚ ਹੀ ਨਾ ਸਮਾ ਜਾਣ। ਗਮਨੇ ਮਿਲਨ ਪਾਈ ਤੇ ਐਸੇ ਦੋਨੋਂ ਸਾਹਿਬਜ਼ਾਦੇ ਚੱਲ ਕੇ ਆਏ ਜਿੱਥੇ ਸਤਿਗੁਰਾਂ ਨੇ ਲੀਲਾ ਵਰਤਾਈ ਹੈ। ਉਤ ਕੀ ਸੁਨੋ ਕੀਨ ਗੁਰ ਜੈਸੇ ਇੱਧਰ ਬਾਬਾ ਸ਼੍ਰੀ ਚੰਦ ਹੋਣਾ ਦੇ ਇਹ ਹਾਲੇ ਚੱਲੇ ਨੇ, ਉਧਰ ਸੁਣੋ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕੀ ਖੇਡ ਵਰਤਾਈ। ਅੰਬਰ ਪਾਏ ਬਦਨ ਪਰ ਤਬਈ ਹਾਲੇ ਸਾਹਿਬਜ਼ਾਦੇ ਨਹੀਂ ਸਨ ਆਏ। ਗਰੀਬ ਨਵਾਜ ਪਾਤਸ਼ਾਹ ਨੇ ਚਾਦਰਾ ਇੱਕ ਚਿੱਟਾ ਆਪਣੇ ਤਨ ਤੇ ਲਿਆ। ਓਡ ਗਏ ਦੇਖੇ ਨਰ ਸਭਈ ਸਭ ਦੇ ਵੇਖਦਿਆਂ ਮੇਰੇ ਗਰੀਬ ਨਵਾਜ ਦਇਆਨਿਧ ਸੁਆਮੀ ਜੀ ਚਾਦਰਾ ਤਨ ਤੇ ਲੈ ਕੇ ਜ਼ਮੀਨ ਤੇ ਥੱਲੇ ਆਸਣ ਲੱਗਾ ਸੀ ਸਾਹਿਬ ਦਾ, ਉਸ ਆਸਣ ਦੇ ਉੱਤੇ ਲੇਟ ਗਏ। ਗੇ ਸਮਾਏ ਤਨ ਰਹੇ ਨ ਪ੍ਰਾਨਾ ਕਹਿੰਦੇ ਮਹਾਰਾਜ ਜੀ ਨੇ ਉਸੇ ਵਕਤ ਵੇਖਦਿਆਂ ਸਭ ਦੇ ਸਰੀਰ ਦੇ ਪ੍ਰਾਣ ਰੁਕੇ ਹਨ, ਸਰੀਰ ਤਿਆਗ ਦਿੱਤਾ ਤੇ ਸਮਾ ਗਏ ਹਨ। ਭਾ ਕਹਾਏ ਕੋ ਸ਼ਬਦ ਮਹਾਨਾ ਕਹਿੰਦੇ ਇੱਕਦਮ ਹਾਹਾਕਾਰ ਮਚ ਗਈ ਸਰਬ ਤਰਫ। ਕਰਈ ਲੋਕ ਬਿਲਾਪ ਕਲਾਪਾ ਜਿੰਨੇ ਸਿੱਖ ਸਨ ਵੇਖ ਕੇ ਵਿਰਲਾਪ ਕਰਨ ਲੱਗੇ। ਪਇਓ ਪ੍ਰਭੂ ਕੋ ਬਿਰਹੋਂ ਪ੍ਰਤਾਪਾ ਸਤਿਗੁਰਾਂ ਦੇ ਵਿਛੋੜੇ ਦੀ ਤੜਫ ਚ ਤੜਫਣ ਲੱਗੇ। ਨਰਨ ਬਿਖੇ ਪਾਰੁਦਨ ਕਨੇਰਾ ਸਭ ਤਰ੍ਹਾਂ ਵਿੱਚ ਇੱਕਦਮ ਰੁਦਨ ਵਰਤ ਗਿਆ, ਸਭ ਦੇ ਨੇਤਰ ਭਰ ਗਏ। ਸੁਰਨ ਮਜਾਰ ਆਨੰਦ ਬਧੇਰਾ ਪਰ ਉਧਰ ਦੇਵਤਿਆਂ 'ਚ ਆਨੰਦ ਵਰਤ ਰਿਹਾ, ਦੇਵਤਿਆਂ 'ਚ ਖੁਸ਼ੀਆਂ ਮਨਾਈਆਂ ਜਾ ਰਹੀਆਂ ਨੇ। ਅਤ ਉਤਸਵ ਕੇ ਗੀਤਨ ਗਾਵੇਂ ਬਹੁਤ ਸ਼ਬਦੇ ਗੀਤ ਗਾ ਰਹੇ ਹਨ ਬਾਦਿਤ ਤਾਲ ਮਿਲਾਏ ਬਜਾਵੇਂ ਔਰ ਕਈ ਤਰ੍ਹਾਂ ਦੇ ਸਾਜ਼ ਆਦਿਕ ਵਜਾਉਂਦੇ ਹਨ। ਸਵਈਆ ਨੰਦੀ ਸੋ ਬ੍ਰਿਖ ਚਾੜੇ ਸ਼ਿਵ ਜੂ ਤਨ ਉਜਲ ਇੰਦਰ ਸ਼ਸ਼ਾਂਕ ਸੁਹਾਏ। ਹੁਣ ਦੇਵਤਿਆਂ ਵਿੱਚੋਂ ਕਿਹੜੇ ਆਏ ਨੇ ਵਿਵਾਨ ਲੈ ਕੇ ਸਤਿਗੁਰਾਂ ਵਾਸਤੇ, ਆਓ ਭਗਤ ਕਰਨ ਨੂੰ। ਕਹਿੰਦੇ ਨੰਦੀ ਦੇ ਉੱਤੇ ਸਵਾਰ ਹੋ ਕੇ ਸ਼ਿਵ ਜੀ ਆਏ ਨੇ, ਉਹ ਤਾਲ ਵਜਾਉਂਦੇ ਹਨ, ਹੱਥ ਵਿੱਚ ਫੜਿਆ ਡਮਰੂ ਵਜਾਉਂਦੇ ਹਨ। ਬਿਆਲ ਕਰਾਲ ਅਲੰਕ੍ਰਿਤ ਹੈ ਉਹਨਾਂ ਦੇ ਗਲ ਵਿੱਚ ਕਈ ਤਰ੍ਹਾਂ ਦੇ ਭਿਆਨਕ ਸਰਪ, ਬਿਆਲ ਕਹਿੰਦੇ ਨੇ ਸੱਪਾਂ ਨੂੰ, ਉਹ ਗਲ ਵਿੱਚ ਪਾਏ ਹਾਰ ਵਾਂਗੂ ਸ਼ੋਭ ਰਹੇ ਨੇ। ਹਰ ਖਾਲ ਬੇਸਾਲ ਸਿਕੰਦਨ ਪਾਏ ਔਰ ਮੋਢਿਆਂ ਦੇ ਉੱਤੇ ਖੱਲ ਧਾਰਨ ਕੀਤੀ ਹੋਈ ਆ ਤੇ ਆਏ ਹਨ। ਗੰਗ ਤਰੰਗ ਅਮੰਕਨ ਭੰਗ ਔਰ ਕਹਿੰਦੇ ਗੰਗਾ ਦੀਆਂ ਲਹਿਰਾਂ ਜਿਹੜੀਆਂ ਨੇ ਕੇਸਾਂ ਦੀਆਂ ਜਟਾਵਾਂ ਵਿੱਚ ਹਨ ਤੇ ਮੱਥੇ ਤੇ ਚੰਦਰਮਾ ਅੱਧਾ ਸ਼ੋਭ ਰਿਹਾ ਹੈ। ਜਟਾ ਮੈਂ ਪਾਰਬਤੀ ਅੰਗ ਲਾਏ ਜਟਾਵਾਂ ਵਿੱਚ ਗੰਗਾ ਤੇ ਪਾਰਬਤੀ ਨੂੰ ਆਪਣੇ ਨਾਲ ਲੈ ਕੇ ਆਏ ਹਨ। ਸੂਲ ਤਾਰੇ ਕਰ ਮੁੰਡ ਪਾਰੇ ਇੱਕ ਹੱਥ 'ਚ ਤਰਸੂਲ ਫੜਿਆ ਤੇ ਗਲ 'ਚ ਮੁੰਡੀਆਂ ਦੀ ਮਾਲਾ ਪਾਈ ਹੈ। ਪ੍ਰੇਮ ਕਰੇ ਔਰ ਸੋ ਚਾਲੇ ਆਏ ਨਾਨਕ ਸਾਹਿਬ ਨਾਲ ਪ੍ਰੇਮ ਕਰਕੇ ਚੱਲ ਕੇ ਆਏ ਨੇ ਸ਼ਿਵ ਦਰਸ਼ਨਾਂ ਨੂੰ। ਸੰਗ ਪੰਚਾਨਨ ਤਤ ਖੜਾਨ ਔਰ ਉਹਨਾਂ ਦੇ ਨਾਲ ਉਹਨਾਂ ਦੇ ਪੁੱਤਰ ਪੰਚਾਨਨ ਕਹੀਏ ਗਣੇਸ਼ ਜੀ ਆਏ ਨੇ। ਇਸੇ ਤਰ੍ਹਾਂ ਖੜਾਨਨ ਕਹਿੰਦੇ ਨੇ ਕਾਰਤਕੇਯ ਨੂੰ, ਜਿਹਦੇ 6 ਮੂੰਹ ਨੇ, ਉਹ ਵੀ ਆਏ ਹਨ। ਹੈ ਦੁਰਦਾਨਨ ਸ਼ੋਭ ਬੜਾਏ ਔਰ ਗਣੇਸ਼ ਆਦਿਕ ਸਭ ਆਪਣੇ ਗਣਾ ਸਮੇਤ ਆਏ, ਸ਼ੋਭਾ ਵਧਾ ਰਹੇ ਨੇ। ਬ੍ਰਿੰਦ ਬਾਡੇ ਗਣ ਸਾਥ ਬੇਰਾਜਤ ਗਣੇਸ਼ ਜੀ ਆਪਣੇ ਸਾਰੇ ਗਣਾ ਸਮੇਤ ਆਏ ਬਿਰਾਜ ਰਹੇ ਨੇ। ਦੇਖ ਸਰੂਪ ਸਬੇ ਹਰ ਖਾਏ ਇਹ ਦੇਵਤੇ ਜਦੋਂ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਦੇ ਵੇਖ ਕੇ ਖੇੜਾ ਖਿੜ ਰਿਹਾ, ਇਹਨਾਂ ਅੰਦਰ ਖੁਸ਼ੀ ਆ ਰਹੀ ਹੈ। ਜੈ ਸੁਖਦਾਇਕ ਜੈ ਸੁਰ ਨਾਇਕ ਕੀ ਕਹਿੰਦੇ, ਹੇ ਸੁਖਾਂ ਦੇ ਦਾਤੇ ਗੁਰੂ ਨਾਨਕ ਸਾਹਿਬ ਆਪ ਜੀ ਦੀ ਜੈ ਹੋਵੇ। ਹੇ ਦੇਵਤਿਆਂ ਦੇ ਨਾਇਕ ਗੁਰੂ ਨਾਨਕ ਸਾਹਿਬ ਆਪ ਜੀ ਦੀ ਜੈ ਹੋਵੇ। ਜੈ
ਸਤਿ ਸ੍ਰੀ ਅਕਾਲ। ਜੈਠ ਪਾਇਕ ਵਾਕਿਆ ਲਾਏ। ਇਹ ਦੇਵਤਿਆਂ ਦੇ ਇਸ਼ਟ ਦੇਵ ਸਤਿਗੁਰੂ ਜੀ ਆਪ ਜੀ ਦੀ ਜੈ ਹੋਵੇ। ਏਦਾਂ ਜੈ ਜੈਕਾਰ ਕਰਦੇ ਹਨ। ਬੰਦ ਉਹ ਬੇਕਾਰ ਬੰਦਤ ਹੈ। ਹੱਥ ਜੋੜ ਕੇ ਬੰਦਨਾ ਕਰਦੇ ਨੇ ਸਤਿਗੁਰਾਂ ਨੂੰ। ਬਹੁ ਫੂਲਨ ਕੀ ਬਰਖਾ ਬਰਖਾਏ। ਔਰ ਫੁੱਲਾਂ ਦੀ ਵਰਖਾ ਕਰਦੇ ਸਤਿਗੁਰਾਂ ਤੇ। ਸੰਖਨ ਕੀ ਧੁਨ ਘੰਟਨ ਕੀ ਕਰ ਫੂਲਨ ਕੀ ਬਰਖਾ ਬਰਖਾ ਮੈਂ। ਆਰਤੀ ਕੋਟ ਕਰ ਸੁਰ ਸੁੰਦਰ ਪੇਖ ਪੁਰੰਦਰ ਕੇ ਬਲ ਜਾਵੈ। ਦਾਨਤ ਦਛਨ ਦਾ ਕੈ ਪ੍ਰਦਛਨ ਭਾਲ ਮੈਂ ਕੁੰਕਮ ਅਛਤ ਲਾਵੈ। ਹੋਤ ਕੋਲਾਹਲ ਦੇਵਪੁਰੇ ਮਿਲ ਦੇਵਨ ਕੇ ਕੁਲ ਮੰਗਲ ਗਾਵੈ। ਏਦਾਂ ਸਤਿਗੁਰੂ ਜੀ ਦਾ ਜਸ ਕਰਦੇ ਹਨ। ਹੰਸ ਚੜੇ ਚਤੁਰਾਨਨ ਨਾਰਦ। ਚਾਰ ਮੂੰਹਾਂ ਵਾਲੇ ਕੌਣ ਨੇ? ਬ੍ਰਹਮਾ ਜੀ ਕਹਿੰਦੇ ਉਹ ਵੀ ਆਪਣੇ ਹੰਸ ਦੀ ਸਵਾਰੀ ਕਰਕੇ ਆ ਗਏ। ਨਾਰਦ ਸਾਰਦ ਬੁੱਧ ਬੇਸ਼ਾਰਦ ਆਏ। ਨਾਰਦ ਜੀ ਆਏ। ਸ਼ਾਰਦਾ ਜਿਹੜੀ ਦੇਵੀ ਹੈ ਉਹ ਆਈ, ਜਿਨ੍ਹਾਂ ਦੀ ਬੜੀ ਉਜਵਲ ਮਤ ਹੈ, ਇਹ ਆਏ। ਪ੍ਰੇਮ ਪਾਰੇ ਔਰ ਬੈਨ ਬਜਾਵਤ। ਤੇ ਨਾਰਦ ਜੀ ਪ੍ਰੇਮ ਚ ਭਿੱਜੇ ਹੋਏ ਤੇ ਹੱਥ ਚ ਬੇਣ ਫੜੀ ਹੋਈ, ਨਾਲੇ ਵਜਾਉਂਦੇ। ਵਜਾ ਕੇ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਕੇ ਕਹਿੰਦੇ ਨਾਰਾਇਣ ਨਾਰਾਇਣ। ਏਦਾਂ ਨਾਲੇ ਬੇਣ ਵਜਾਉਂਦੇ ਤੇ ਨਾਲੇ ਮਹਾਰਾਜ ਜੀ ਦਾ ਜਸ ਕਰਦੇ। ਸਨਕ ਸਨੰਦ ਰੇ ਦੇ ਹਰ ਖਾਏ। ਸਨਕ ਸਨੰਦ ਸਨਾਤਨ ਸਨਤ ਕੁਮਾਰ ਇਹ ਸਭ ਗਾ ਰਹੇ ਨੇ। ਕੋਸਕ ਪ੍ਰਿੰਗ ਵਸ਼ਿਸ਼ਟ ਮੁਨੀ। ਖਾਲਸਾ ਜੀ ਇਹ 9 ਮੁਨੀ ਨੇ। ਕਿਹੜੇ ਕਿਹੜੇ? ਪਹਿਲੇ ਨੇ ਕੌਸ਼ਿਕ ਰਿਸ਼ੀ ਜੀ, ਫਿਰ ਭ੍ਰਿਗੂ ਜੀ, ਵਸ਼ਿਸ਼ਟ ਜੀ, ਅੰਗਰਾਸੋ ਪੁਲਸਤ ਮਾ ਸੁਖ ਪਾਏ। ਫਿਰ ਅੰਗਰਾ ਜੀ ਤੇ ਪਲੁਸਤ ਰਿਸ਼ੀ ਜੀ ਜਿਹੜੇ ਬੜੇ ਸੁਖੀ ਹੋਏ ਨੇ ਆ ਕੇ। ਅਤਰ ਅਗਸਤ ਪਰਾਸੁਰ ਬਿਆਸ। ਅਤਰ ਰਿਸ਼ੀ ਜੀ, ਅਗਸਤ ਮੁਨੀ ਜੀ, ਇਸੇ ਤਰ੍ਹਾਂ ਪਰਾਸ਼ਰ ਮੁਨੀ ਜੀ। ਸਭੇ ਦਰਸ਼ਨ ਗੁਰੂ ਸੁਖ ਪਾਏ। ਬਿਆਸ ਮੁਨੀ ਜੀ ਇਹ ਸਭ ਆਏ ਸਤਿਗੁਰਾਂ ਦੇ ਦਰਸ਼ਨ ਕਰਕੇ ਸੁਖ ਪਾ ਰਹੇ ਨੇ। ਦੋਹਰਾ ਬਾਲਮੀਕ ਅਰ ਰੋਮ ਰਖੇ ਕਾਕ ਪਸੁੰਡ ਸੁਜਾਨ। ਮਹਾਰਿਸ਼ੀ ਵਾਲਮੀਕ ਜੀ, ਰੋਮ ਰਿਸ਼ੀ ਜੀ, ਕਾਕ ਪਸੁੰਡੀ ਜੀ, ਇਹ ਜਿੰਨੇ ਰਿਸ਼ੀ ਵਰ ਨੇ ਇਹ ਵੀ ਆਏ ਹਨ। ਬਕਦਾ ਲਬਤੇ ਆਦ ਸਭ ਆਏ ਰਿਖੀ ਮਹਾਨ। ਬਗਦਾਲਬ ਰਿਸ਼ੀ ਵਰਗੇ ਆਦਿਕ ਜਿੰਨੇ ਰਿਸ਼ੀ ਹਨ ਸਭ ਆਏ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ। ਆਕਾਸ਼ ਮੰਡਲ ਵਿੱਚ ਛਾਏ ਹੋਏ ਨੇ। ਨਾਮ ਦੇਵ ਜੈ ਦੇਵ ਜਨ ਧੰਨਾ ਸੈਨ ਕਬੀਰ। ਭਗਤ ਆਏ ਨੇ। ਭਗਤਾਂ ਵਿੱਚੋਂ ਮਹਾਰਾਜ ਭਗਤ ਨਾਮਦੇਵ ਜੀ ਆਏ ਹਨ, ਭਗਤ ਜੈਦੇਵ ਜੀ ਆਏ ਹਨ, ਭਗਤ ਧੰਨਾ ਜੀ ਆਏ ਹਨ, ਭਗਤ ਸੈਣ ਜੀ, ਭਗਤ ਕਬੀਰ ਜੀ, ਭਗਤ ਪੀਪਾ ਜੀ ਜੈਸੇ ਮਹਾਂਪੁਰਸ਼ ਆਏ ਹਨ। ਹਿਤ ਦਰਸ਼ਨ ਕੇ ਭਗਤ ਸਭ ਆਏ ਗੁਰ ਕੇ ਤੀਰ। ਇਹ ਸਭ ਭਗਤ ਮਹਾਰਾਜ ਜੀ ਦੇ ਤੀਰ ਆਏ ਨੇ ਸਤਿਗੁਰਾਂ ਦੇ ਦਰਸ਼ਨ ਕਰਨ ਵਾਸਤੇ। ਸਵਈਆ ਸ਼ੇਸ਼ ਸੁਰੇਸ਼ ਜਲੇਸ਼ ਦੀਨੇਸ਼। ਕਹਿੰਦੇ ਸ਼ੇਸ਼ ਨਾਗ, ਸੁਰੇਸ਼ ਇੰਦਰ ਦੇਵਤਾ, ਜਲ ਦਾ ਦੇਵਤਾ, ਦਿਨੇਸ਼ ਜਿਹੜਾ ਇਹ ਦਿਨ ਦਾ ਦੇਵਤਾ ਸੂਰਜ ਹੈ। ਨਿਸ਼ੇਸ਼ ਤਨੇਸ਼ ਪੇਖੈ ਸੁਖ ਪਾਵੇਂ। ਇਹ ਸ਼ੇਸ਼ ਕਹਿੰਦੇ ਰਾਤ ਦਾ ਰਾਜਾ ਕਿਹੜਾ? ਚੰਦਰਮਾ, ਚੰਦਰਦੇਵ। ਇਸੇ ਤਰ੍ਹਾਂ ਧਨ ਦਾ ਦੇਵਤਾ ਕੁਬੇਰ। ਇਹ ਸਭ ਆ ਕੇ ਸਤਿਗੁਰਾਂ ਦੇ ਦਰਸ਼ਨ ਕਰਕੇ ਸੁਖ ਪਾਉਂਦੇ ਹਨ। ਕਿੰਨਰ ਗੰਧਰਵ ਪਾਵਕ ਪੌਨ। ਕਿੰਨਰ ਗੰਧਰਵ ਗਾਨ ਕਰਾਂ ਜਨ ਜਛ ਅਪਛਰ ਨਿਰਤ ਦਿਖਾਵੇਂ। ਇਹ ਸਭ ਆਏ ਹਨ। ਆਨੰਦ ਪਾਰੇ ਔਰ ਮੰਗਲ ਗਾਵੇਂ। ਆਨੰਦ ਨਾਲ ਭਰੇ ਹੋਏ ਮੰਗਲ ਗਾ ਰਹੇ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ। ਦੇਵ ਤਰੋਵਰ ਕੀ ਪੁਸ਼ ਪਾਂਜਲ। ਕਹਿੰਦੇ ਜਿਹੜੇ ਸਵਰਗਪੁਰੀ ਵਿੱਚ ਦਰਖਤ ਨੇ ਨਾ, ਦੇਵ ਤਰੋਵਰ ਜਿਨ੍ਹਾਂ ਨੂੰ ਕਹਿੰਦੇ ਆ, ਉਥੋਂ ਲਿਆਏ ਨੇ ਫੁੱਲ। ਉਹਨਾਂ ਫੁੱਲਾਂ ਦੀਆਂ ਬੁੱਕਾਂ ਭਰੀਆਂ ਹੋਈਆਂ। ਜੈ ਮੁਖ ਤੇ ਕਹਿ ਕੈਂਬਰ ਖਾਵੇਂ। ਮੁਖੋਂ
ਜੈ ਜੈਕਾਰ ਕਰਦਿਆਂ ਸਤਿਗੁਰਾਂ ਤੇ ਵਰਖਾ ਕਰਦੇ ਹਨ। ਸ਼੍ਰੀ ਸੁਖ ਕੰਦ ਗੋਬਿੰਦ ਮੁਕੰਦ ਸੁੱਖਾਂ ਦੇ ਮੂਲ ਗੋਬਿੰਦ ਰੂਪ ਮੁਕਤੀ ਦਾਤੇ ਸਤਿਗੁਰੂ ਪਦੰ ਆਰ ਬਿੰਦ ਪੂਜੈ ਮਨ ਪਾਵੇ। ਸਤਿਗੁਰਾਂ ਦੇ ਸੋਹਣੇ ਚਰਨ ਕਮਲਾਂ ਨੂੰ ਮਨ ਭਾਉਂਦੇ ਤਰੀਕੇ ਨਾਲ ਪੂਜਦੇ ਹਨ। ਦੋਹਰਾ ਇਕ ਬੇਵਾਨ ਮਨੋਹਰ ਮਹਾ ਪੁੰਜ ਮਣੀ ਜਿਸ ਮਾਏ। ਖਾਲਸਾ ਜੀ ਇੱਕ ਬੜਾ ਸੁੰਦਰ ਬਿਬਾਨ ਹੈ ਜਿਹਦੇ ਤੇ ਸੈਂਕੜੇ ਮਣੀਆਂ ਲੱਗੀਆਂ ਹੋਈਆਂ ਔਰ ਉਹਨਾਂ ਮਣੀਆਂ ਦਾ ਬਹੁਤ ਹੀ ਅਚਰਜ ਤੇ ਵਿਸਮਾਦ ਪ੍ਰਕਾਸ਼ ਹੈ। ਅਤ ਪ੍ਰਕਾਸ਼ ਸੰਯੁਕਤ ਸੋ ਕੌਣ ਕਹੇ ਛਬ ਤਾਏ। ਕਹਿੰਦੇ ਉਹਦਾ ਬਿਬਾਨ ਦਾ ਇੰਨਾ ਪ੍ਰਕਾਸ਼ ਹੈ, ਮਹਾਕਵੀ ਜੀ ਕਹਿੰਦੇ ਵੀ ਕੌਣ ਹੈ ਐਸਾ ਜਿਹੜਾ ਉਸ ਦੇ ਪ੍ਰਕਾਸ਼ ਨੂੰ ਵਰਣਨ ਕਰਕੇ ਸੁਣਾ ਸਕੇ। ਐਸਾ ਸੁੰਦਰ ਬਿਬਾਨ ਆਇਆ ਹੈ। ਚੋਪਈ ਪਾਰਖਦੀ ਜਿਸ ਆਏ ਆਗਾਰੀ। ਔਰ ਕਹਿੰਦੇ ਉਹਦੇ ਅੱਗੇ ਪਾਰਖਦੀ ਨੇ ਜਿਹੜੇ ਚਵਰ ਕਰਨ ਵਾਲੇ ਬਿਬਾਨ ਦੇ ਉਹ ਆਏ ਹਨ। ਚਵਰ ਟੁਰਤ ਐ ਵਾਰੰਗ ਵਾਰੀ। ਔਰ ਬਾਰ-ਬਾਰ ਸਤਿਗੁਰਾਂ ਦੇ ਉਸ ਸਵਰੂਪ ਦੇ ਉੱਤੇ ਜੋ ਪਾਤਸ਼ਾਹ ਜੀ ਨੇ ਇਸ ਵੇਲੇ ਧਾਰਨ ਕੀਤਾ ਉਹਦੇ ਤੇ ਚਵਰ ਚਲਾਉਂਦੇ ਹਨ। ਆਪਣੇ ਪਲਟ ਸਰੂਪ ਕਿਰਪਾਲਾ। ਕਿਰਪਾਲੂ ਸਤਿਗੁਰੂ ਜੀ ਨੇ ਆਪਣਾ ਸਰੀਰ ਜਿਹੜਾ ਉਹ ਧਰਤੀ ਤੇ ਤਿਆਗ ਦਿੱਤਾ ਹੈ ਔਰ ਦੂਸਰਾ ਸਰੂਪ ਜੋ ਨਿਰਾਕਾਰ ਸਰੂਪ ਹੈ ਉਹ ਧਾਰਨ ਕੀਤਾ। ਚੜੇ ਬਿਵਾਨ ਉਪਰ ਤਤਕਾਲਾ। ਔਰ ਉਸ ਸੁੰਦਰ ਬਿਬਾਨ ਤੇ ਚੜੇ ਹਨ। ਤੈ ਚਿਨ ਦੋਨੋਂ ਸੁਤ ਚਲ ਆਏ। ਪਾਤਸ਼ਾਹ ਤਾਂ ਇੱਧਰ ਲੀਲਾ ਵਰਤਾ ਗਏ ਨੇ, ਸਾਹਿਬਜ਼ਾਦੇ ਉਸ ਵੇਲੇ ਆਏ ਜਦੋਂ ਸਤਿਗੁਰੂ ਜੀ ਨੇ ਸਰੀਰ ਤਿਆਗ ਦਿੱਤਾ। ਹਾਂਜੀ, ਸੁਨਤ ਰੋਰ ਹਿਰਦੇ ਬਿਸਮਾਏ। ਉਹ ਹੈਰਾਨ ਹੋ ਗਏ ਵੇਖ ਕੇ। ਪੀਰ ਅਧਿਕ ਜਾਵਨ ਮਗ ਨਾਈ। ਰਸਤੇ 'ਚ ਭੀੜ ਬੜੀ ਸੀ, ਵਿੱਚੋਂ ਲੰਘਦਿਆਂ ਆਉਂਦਿਆਂ ਹੀ ਰਸਤਾ ਜਿਹੜਾ ਸੀ ਨਹੀਂ ਸੀ ਮਿਲ ਰਿਹਾ। ਦੁਸ਼ਤਰ ਹੋਵੇ ਪਹੁੰਚੇ ਪ੍ਰਭ ਪਾਈ। ਬੜੇ ਔਖੇ ਹੋ ਕੇ ਉਹਨਾਂ ਦੇ ਵਿੱਚੋਂ ਦੀ ਨਿਕਲ ਕੇ ਦੋਨੋਂ ਸਾਹਿਬਜ਼ਾਦੇ ਆਏ। ਦੇਖ ਸੁਲਖਣੀ ਸੁਤ ਸੋ ਭਾਖੀ। ਮਾਤਾ ਸੁਲਖਣੀ ਜੀ ਨੇ ਜਦੋਂ ਦੋਨਾਂ ਪੁੱਤਰਾਂ ਨੂੰ ਵੇਖਿਆ ਤੇ ਬੋਲੇ, ਪੂਰਬ ਕਿਉਂ ਨਾ ਆਏ ਅਸਾਖੀ। ਕਹਿਣ ਲੱਗੇ ਤੁਸੀਂ ਪਹਿਲਾਂ ਕਿਉਂ ਨਹੀਂ ਆਏ, ਸਤਿਗੁਰਾਂ ਨੇ ਸੱਦਿਆ ਸੀ। ਰਹੇ ਬੁਲਾਏ ਪਠੇ ਦਵੈ ਬਾਰੀ। 2 ਵਾਰ ਸਤਿਗੁਰਾਂ ਨੇ ਤੁਹਾਨੂੰ ਸੱਦਿਆ, ਤੁਸੀਂ ਨਹੀਂ ਆਏ। ਆਏ ਨਹੀਂ ਨੈਨੀਕ ਵਿਚਾਰੀ। ਤੁਸੀਂ ਵਿਚਾਰ ਨਹੀਂ ਕੀਤੀ ਆ ਕੇ ਵੀ ਸਤਿਗੁਰੂ ਜੀ ਨੇ ਬੁਲਾਇਆ। ਪਿੱਛੇ ਆਏ ਰਹੋ ਪਛਤਾਈ। ਬਾਅਦ ਵਿੱਚ ਆਏ, ਹੁਣ ਰਹਿੰਦੇ ਖਲੋਤੇ ਰਹੋ ਪਛਤਾਉਂਦੇ। ਹੁਣ ਤੁਹਾਡੇ ਪੱਲੇ ਪਛਤਾਵਾ ਹੈ। ਅਬ ਤੋ ਗਏ ਸਮਾਏ ਗੁਸਾਈ। ਕਿਉਂਕਿ ਹੁਣ ਤਾਂ ਸਤਿਗੁਰੂ ਜੀ ਸਮਾ ਗਏ ਨੇ। ਸ੍ਰੀ ਚੰਦ ਸੁਨ ਲਖਮੀ ਦਾਸ। ਬਾਬਾ ਸ਼੍ਰੀ ਚੰਦ ਤੇ ਬਾਬਾ ਲਖਮੀ ਦਾਸ ਜੀ ਨੇ ਜਦੋਂ ਸੁਣਿਆ, ਬਿਸਮੇ ਹੋਏ ਪਏ ਦਰਸ ਨਿਰਾਸ। ਸੋਚਿਆ ਵੀ ਸਾਨੂੰ ਦਰਸ਼ਨ ਨਹੀਂ ਹੋਏ, ਬੜੇ ਹੈਰਾਨ ਵੀ ਹੋਏ ਤੇ ਦੁਖੀ ਵੀ ਹੋਏ। ਆਪਣੋ ਦੋਸ਼ ਜਾਨ ਪਛਤਾਏ ਵੀ ਸਾਡੇ ਕੋਲੋਂ ਭੁੱਲ ਹੋਈ, ਅਸੀਂ ਗਲਤੀ ਕਰ ਬੈਠੇ। ਅਸੀਂ ਸਮਝਦੇ ਸੀ ਕਿ ਸਾਡੇ ਪਿਤਾ ਹੀ ਨੇ, ਪਰ ਇਹ ਤਾਂ ਆਪ ਪਰਮੇਸ਼ਵਰ ਨੇ। ਕਵ ਸੰਤੋਖ ਸਿੰਘ ਸ਼ਰਦਾ ਪਾਏ। ਕਹਿੰਦੇ ਜਿਨ੍ਹਾਂ ਅੰਦਰ ਪਹਿਲੋਂ ਸ਼ਰਧਾ ਨਹੀਂ ਸੀ, ਪਿਤਾ ਹੀ ਸਮਝ ਰਹੇ ਸੀ, ਇੱਕਦਮ ਦੋਨਾਂ ਵਿੱਚ ਸ਼ਰਧਾ ਦਾ ਭਾਵ ਉਤਪੰਨ ਹੋ ਆਇਆ। ਹੇ ਨਿਰੰਕਾਰ ਅਕਾਲ ਪੁਰਖ ਸਤਿਗੁਰੂ ਜੀ, ਕਿਰਪਾ ਕਰਕੇ ਆਪਣੇ ਬੱਚਿਆਂ ਨੂੰ ਦਰਸ਼ਨ ਦਿਓ। ਏਦਾਂ ਦੋਨੋਂ ਸਾਹਿਬਜ਼ਾਦਿਆਂ ਨੇ ਬੇਨਤੀ ਕੀਤੀ। ਦੋਨਾਂ ਨੂੰ ਦਰਸ਼ਨ ਦੇ ਕੇ ਸਤਿਗੁਰੂ ਇੱਕ ਵਾਰ ਫੇਰ ਸਰੀਰ 'ਚ ਆਏ। ਇੱਥੋਂ ਖਾਲਸਾ ਜੀ ਇਹ ਸਾਵਧਾਨ ਹੋ ਜਾਣਾ ਚਾਹੀਦਾ ਸੁਚੇਤ ਕਿ ਮੇਰੇ ਸਾਹਿਬ ਜੀ ਨਾ ਜਨਮ ਵਿੱਚ ਨੇ ਤੇ ਨਾ ਹੀ ਮਰਨ ਵਿੱਚ ਨੇ। ਇਹ ਕੇਵਲ ਉਹਨਾਂ ਦੀ ਮਾਨਵੀ ਲੀਲਾ ਦਾ ਠਾਠ ਹੈ ਜੋ ਸਤਿਗੁਰਾਂ ਨੇ ਰਚਿਆ। ਉਹ ਕਥਾ ਆਪ ਦੀ ਅਗਲਿਆਂ ਪ੍ਰਸੰਗਾਂ 'ਚ ਸਰਵਣ ਕਰੋਗੇ। ਗੁਰੂ ਪਾਤਸ਼ਾਹ ਦਾ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਸਾਧ ਸੰਗਤ ਜੀ, ਪਰਸੋਂ 7 ਤਰੀਕ ਨੂੰ ਸ਼ਾਮ ਨੂੰ ਇਸ ਪਾਵਨ ਕਥਾ ਦੀ ਸਮਾਪਤੀ ਦਾ ਮਹਾਯੱਗ ਹੋਵੇਗਾ ਔਰ ਸ੍ਰੀ ਗੁਰੂ ਪ੍ਰਤਾਪ ਸੂਰਜ ਪ੍ਰਕਾਸ਼ ਗ੍ਰੰਥ ਦੀ ਕਥਾ ਦੀ ਆਰੰਭਤਾ ਹੋਵੇਗੀ। ਆਪ ਜੀ ਨੇ ਹਾਜ਼ਰੀਆਂ ਭਰਨੀਆਂ। ਲੱਡੂਆਂ ਦਾ, ਮਠਿਆਈਆਂ ਦਾ ਜਿਹੜਾ ਲੰਗਰ ਹੈ ਉਹ ਵੀ ਨਾਲ ਚੱਲੇਗਾ। ਆਪ ਜੀ ਨੇ ਜਿਹਨੇ ਫਲ ਲਿਆ ਕੇ ਭੇਟ ਕਰਨੇ ਆ, ਸੰਗਤ ਨੂੰ ਛਕਾਉਣੇ, ਉਹ ਫਲ ਛਕਾਓ। ਜਿਹਨਾਂ ਲੱਡੂ ਛਕਾਣੇ ਆ, ਲੱਡੂ ਛਕਾਓ, ਕਿਉਂਕਿ ਇਹ ਕਥਾ ਦਾ ਮਹਾਯੱਗ ਹੈ। ਗੁਰੂ ਖਾਲਸਾ ਜੀ, ਗੁਰੂ ਸਾਹਿਬ ਦੀ ਦਇਆ ਮਿਆ ਨਾਲ ਹੀ ਇਹ ਕਥਾ ਦਾ ਯੱਗ ਸੰਪੂਰਨ ਹੁੰਦਾ ਹੈ। ਸਤਿਗੁਰੂ ਜੀ ਕਿਰਪਾ ਕਰਨ, ਸਾਡੀ ਸਾਰਿਆਂ ਦੀ ਹਾਜ਼ਰੀ ਆਪਣੇ ਚਰਨਾਂ 'ਚ ਲਾ ਲੈਣ।
ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ 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 ਧੰਨ ਨਾਨਕ ਤੇਰੀ ਵੱਡੀ ਕਮਾਈ, ਧੰਨ ਨਾਨਕ ਤੇਰੀ ਵੱਡੀ ਕਮਾਈ। ਨਾਨਕ ਤੇਰੀ ਵੱਡੀ ਕਮਾਈ, ਧੰਨ ਨਾਨਕ ਤੇਰੀ ਵੱਡੀ ਕਮਾਈ। ਧੰਨ ਨਾਨਕ ਤੇਰੀ ਵੱਡੀ ਕਮਾਈ, ਧੰਨ ਨਾਨਕ ਤੇਰੀ ਵੱਡੀ ਕਮਾਈ। ਨਾਨਕ ਤੇਰੀ ਵੱਡੀ ਕਮਾਈ, ਧੰਨ ਨਾਨਕ ਤੇਰੀ ਵੱਡੀ ਕਮਾਈ। ਵਾਹਿਗੁਰੂ 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 ਵਾਹਿਗੁਰੂ। ਹੇ ਅਚੁੱਤ ਹੈ ਪਾਰ ਬ੍ਰਹਮ, ਹੇ ਪੂਰਨ ਹੈ ਸਰਬ ਮੈਂ, ਹੇ ਸੰਗੀ ਹੈ ਨਿਰੰਕਾਰ, ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੈ ਗੁਣ ਨਿਧਾਨ, ਜਾਂ ਕੇ ਸਦਾ ਬਬੇਤ, ਹੇ ਅਪਰੰਪਰ ਹਰ ਹਰੇ, ਹੈ ਪੀਓ ਅਣਹਾਰ, ਹੇ ਸੰਤਹ ਕੈ ਸਦਾ ਸੰਗ, ਧਾਰਾ ਆਧਾਰ, ਹੇ ਠਾਕੁਰ ਹਉ ਦਾਸਰੋ, ਮੈਂ ਨਿਰਗੁਣ ਗੁਣ ਨਹੀਂ ਕੋਈ, ਨਾਨਕ ਦੀਜੈ ਨਾਮ ਦਾਨ, ਕਰਾ ਕੋਈ ਐ ਪਰੋਈ, ਆਏ ਪ੍ਰਭ ਸ਼ਰਣਾਗਤੀ, ਕਿਰਪਾ ਨਿਧ ਦਿਆਲ, ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ, ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਤੇਰੇ ਪਾਰ, ਜੋ ਸ਼ਰਦਾ ਕਰ ਸੇਵੰਦੇ, ਗੁਰ ਪਾਰ ਉਤਾਰ ਨਿਆਰ, ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਤੇਰੇ ਪਾਰ, ਜੋ ਸ਼ਰਦਾ ਕਰ ਸੇਵੰਦੇ, ਗੁਰ ਪਾਰ ਉਤਾਰ ਨਿਆਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।